ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇੱਕ ਵਾਰ ਫਿਰ ਤੁਹਾਡਾ ਸਿੱਖ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਯੂਕੇ, ਯੂਰਪ, ਦੇਸ਼ ਵਿਦੇਸ਼ ਸਾਰੀਆਂ ਸੰਗਤਾਂ ਜੋ ਸਿੱਖ ਚੈਨਲ ਦੇ ਨਾਲ ਜੁੜੀਆਂ ਹੋਈਆਂ ਹਨ, ਤੁਹਾਡੀ ਸ਼ੁਭ ਕਾਮਨਾਵਾਂ ਵਾਸਤੇ, ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਹਮੇਸ਼ਾ ਹੀ ਸਿੱਖ ਚੈਨਲ ਵਜੋਂ ਅਰਦਾਸ ਕੀਤੀ ਜਾਂਦੀ ਹੈ। ਸੋ ਇਹ ਤੁਸੀਂ ਚਾਹ ਪਾਣੀ ਜ਼ਰੂਰ ਮੇਰੇ ਖਿਆਲ ਪੀ ਲਿਆ ਹੋਣਾ ਵਾ। ਜਿਵੇਂ ਤੁਹਾਨੂੰ ਬੇਨਤੀ ਕੀਤੀ ਹੈ, ਜਿਵੇਂ ਦੱਸਿਆ ਗਿਆ ਕਿ ਸਾਡੇ ਕੋਲ ਅੱਜ ਦੇ ਜਿਹੜੇ ਗੈਸਟ ਆ ਉਹ ਪਹੁੰਚ ਚੁੱਕੇ ਹਨ। ਸੋ ਉਹਨਾਂ ਨਾਲ ਤੁਹਾਡੀ ਜਿਹੜੀ ਮੁਲਾਕਾਤ ਕਰਾਈ ਜਾਏਗੀ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ। ਸੋ ਆਓ ਆਪਾਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਫਤਿਹ ਸਾਂਝੀ ਕਰੀਏ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਅੱਜ ਦੇ ਸਾਡੇ ਜਿਹੜੇ ਗੈਸਟ ਹਨ ਇਹ ਸਿੱਖ ਕੌਂਸਲ ਦੇ ਨੁਮਾਇੰਦੇ ਹਨ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਜੋਸ਼ਨ ਜੋ ਸੀਨੀਅਰ ਐਗਜ਼ੈਕਟਿਵ ਮੈਂਬਰ ਹਨ। ਸੋ ਪਹਿਲਾਂ ਉਹਨਾਂ ਨਾਲ ਆਪਾਂ ਇੱਕ ਵਾਰ ਫਿਰ ਫਤਿਹ ਦੀ ਸਾਂਝ ਕਰ ਲਈ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਉਹਨਾਂ ਦੇ ਨਾਲ ਬੈਠੇ ਹਨ ਸਿੱਖ ਕੌਂਸਲ ਦੇ ਸੈਕਟਰੀ ਜਨਰਲ ਜਿਹੜੇ ਹਨ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ। ਉਹਨਾਂ ਨਾਲ ਵੀ ਆਪਾਂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਤੁਹਾਡਾ ਸਿੱਖ ਚੈਨਲ ਦੇ ਸਟੂਡੀਓ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਕਿ ਅੱਜ ਤੁਸੀਂ ਗੱਲਬਾਤ ਕਰਨ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋ। ਸੋ ਸਿੱਖ ਚੈਨਲ ਦੇ ਦਰਸ਼ਕਾਂ ਵੱਲੋਂ ਵੀ ਬਹੁਤ ਤੁਹਾਡਾ ਸਵਾਗਤ ਹੈ। ਸੋ ਅੱਜ ਜਿਸ ਵਿਸ਼ੇ ਦੇ ਵਿੱਚ ਆਪਾਂ ਗੱਲ ਕਰਨੀ ਆ ਉਸ ਤੋਂ ਪਹਿਲਾਂ ਇਹ ਗੱਲ ਹੈ ਕਿ ਜਿਵੇਂ ਅੱਜ ਤੁਹਾਨੂੰ ਪਤਾ ਕਿ ਨਵਾਂ ਸਾਲ ਜਿਹੜਾ ਉਹ ਵੀ ਸ਼ੁਰੂ ਹੋਇਆ ਵਾ, ਅਤੇ ਨਵੇਂ ਸਾਲ ਦੀਆਂ ਜਿਹੜੀਆਂ ਆਪਾਂ ਵਧਾਈਆਂ ਜਿਹੜੀਆਂ ਉਹ ਸਾਂਝੀਆਂ ਕਰ ਲਈ। ਵੈਸੇ ਤਾਂ ਉਹਦਾ ਜਿਹੜਾ ਨਵਾਂ ਸਾਲ ਆ ਨਾ, ਚਲੋ ਇਹ ਵੀ ਚੱਲਦਾ ਹੈ, ਆਪਾਂ ਨੂੰ ਕਿਸੇ ਦੇ ਉੱਤੇ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਹਰ ਇੱਕ ਦੀ ਖੁਸ਼ੀ ਦੇ ਨਾਲ ਕਹਿੰਦੇ ਮਿਲ ਕੇ ਚੱਲਣਾ ਚਾਹੀਦਾ ਆ। ਸਾਰੇ ਧਰਮ, ਸਿੱਖ ਧਰਮ ਵਾਸਤੇ ਸਾਰੇ ਧਰਮ ਜਿਹੜੇ ਸਿੱਖ ਧਰਮ ਜਿਹੜਾ ਸਤਿਕਾਰ ਕਰਦਾ ਸਾਰਿਆਂ ਧਰਮਾਂ ਦਾ। ਸੋ ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਜੋ ਮਹੀਨੇ ਜਿਹੜੇ ਉਹ ਗੁਰਬਾਣੀ ਦੇ ਵਿੱਚ ਦਰਜ ਕੀਤੇ ਨੇ, ਅਤੇ ਵੈਸੇ ਆਪਾਂ ਨੂੰ ਚਾਹੀਦਾ ਕਿ ਉਹ ਜਿਹੜਾ ਆਪਾਂ ਉਹਦੇ ਬਾਰੇ ਵੀ ਜਿਹੜਾ ਜ਼ਰੂਰ ਆਪਾਂ ਮਨਾਇਆ ਕਰੀਏ। ਸੋ ਆਓ ਇੱਕ ਵਾਰ ਤੁਸੀਂ ਨਵੇਂ ਸਾਲ ਦੀਆਂ ਜਿਹੜੀਆਂ ਵਧਾਈਆਂ ਉਹ ਜ਼ਰੂਰ ਸਾਂਝੀਆਂ ਕਰੋ ਜੀ। ਹਾਂਜੀ, ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਇਹ ਖੁਸ਼ੀ ਵਾਲਾ ਸਮਾਂ ਆ, ਨਵਾਂ ਸਾਲ ਵੀ ਹੋਇਆ, 10ਵੇਂ ਪਾਤਸ਼ਾਹ ਦਾ ਗੁਰਪੁਰਬ ਵੀ ਹੋਇਆ। ਸੋ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ। ਸੋ ਬਹੁਤ ਬਹੁਤ ਤੁਹਾਡਾ ਨਿੱਘਾ ਸਵਾਗਤ ਹੈ ਜੀ। ਹਾਂਜੀ, ਕਿ ਤੁਸੀਂ ਦਰਸ਼ਕਾਂ ਦੇ ਨਾਲ ਵਧਾਈਆਂ ਸਾਂਝੀ ਕੀਤੀਆਂ ਨੇ। ਹੁਣ ਜੋ ਆਪਣਾ ਅੱਜ ਦਾ ਵਿਸ਼ਾ ਹੈ, ਭਾਈ ਸਾਹਿਬ ਜੀ ਭਾਈ ਗੁਰਿੰਦਰ ਸਿੰਘ ਜੋਸ਼ਨ ਜੀ, ਮੈਂ ਤੁਹਾਡੇ ਵੱਲ ਆਵਾਂ ਕਿ ਜਿਹੜੀ ਸਿੱਖ ਕੌਂਸਲ ਹੈ ਇਹਨੂੰ ਤਕਰੀਬਨ ਕਿੰਨਾ ਕੁ ਟਾਈਮ ਜਿਹੜਾ ਉਹ ਬਣੀ ਨੂੰ ਹੋਇਆ, ਕਦੋਂ ਹੋਂਦ ਵਿੱਚ ਆਈ ਜਾਣੀ? ਹਾਂ, ਸਿੱਖ ਕੌਂਸਲ ਯੂਕੇ ਤਕਰੀਬਨ ਆਪਣੀ ਕਮਿਊਨਿਟੀ ਦੇ ਹਿਸਾਬ ਨਾਲ ਇੱਥੇ ਯੂਕੇ ਵਸਣ ਦੇ ਹਿਸਾਬ ਨਾਲ ਕਾਫੀ ਨਵੀਂ ਸੰਸਥਾ ਆ, ਆਪਾਂ ਕਹਿ ਸਕਦੇ। ਇਹਨੂੰ ਤਕਰੀਬਨ ਹਾਲੇ 7 ਸਾਲ ਹੋਏ ਆ, ਹੁਣ 7ਵਾਂ ਸਾਲ ਚੱਲ ਰਿਹਾ। ਅਤੇ ਉਸ ਦੇ ਵਿੱਚ ਇਹ ਜਦੋਂ ਸੈਟਅਪ ਕੀਤੀ ਸੀਗੀ, ਉਸ ਵੇਲੇ ਜਿਹੜੀਆਂ ਆਪਣੀਆਂ ਯੂਕੇ ਦੀਆਂ ਜਥੇਬੰਦੀਆਂ, ਮੇਨ ਗੁਰਦੁਆਰੇ ਸੀਗੇ, ਕਮਿਊਨਿਟੀ ਨੇ ਤਕਰੀਬਨ ਇਕੱਠੇ ਹੋ ਕੇ ਇਹੀ ਮਹਿਸੂਸ ਕੀਤਾ ਸੀਗਾ ਵੀ ਆਪਾਂ ਨੂੰ ਇੱਕ ਸੰਸਥਾ ਚਾਹੀਦੀ ਹੈ ਜਿਹੜੀ ਇੱਥੇ ਯੂਕੇ ਦੇ ਜਿਹੜੇ ਮਸਲੇ ਸਿੱਖਾਂ ਦੇ ਉਹਨਾਂ 'ਤੇ ਫੋਕਸ ਦੇਵੇ। ਸੋ ਆਪਣੇ ਜਿਹੜੇ ਸਰਕਾਰੀ ਦਰਬਾਰੇ ਗੱਲਬਾਤ ਰੱਖੇ, ਜਿਹੜੇ ਆਪਣੇ ਇੱਥੇ ਦੇ ਕਾਨੂੰਨੀ ਮਸਲੇ ਹੋਏ ਜਾਂ ਹੋਰ ਗੁਰਦੁਆਰਿਆਂ ਦੀ ਸਪੋਰਟ ਵਾਸਤੇ, ਸਿੱਖ ਔਰਗਨਾਈਜੇਸ਼ਨਾਂ ਦੀ ਸਪੋਰਟ ਵਾਸਤੇ ਇਹ ਤਾਂ ਸੈਟਅਪ ਕੀਤੀ ਗਈ ਸੀਗੀ। ਅਤੇ ਉਹਦੇ ਵਿੱਚ ਜਿਹੜੀ ਇਹਦੀ ਐਡਮਿਨਿਸਟ੍ਰੇਸ਼ਨ ਆ ਉਹ 2 ਸਾਲ ਬਾਅਦ ਤਕਰੀਬਨ ਜਿੰਨੇ ਵੀ ਆਪਣੇ ਗੁਰਦੁਆਰੇ ਆ ਜਾਂ ਹੋਰ ਸਿੱਖ ਔਰਗਨਾਈਜੇਸ਼ਨ ਉਹ ਇੱਥੇ ਐਫੀਲੀਏਸ਼ਨ ਆਪਦੀ ਫੀਸ ਭਰਦੀ ਹੈ 2 ਸਾਲ ਬਾਅਦ, ਅਤੇ ਆਪਦੇ ਮੈਂਬਰ ਭੇਜਦੀ ਆ ਜਨਰਲ ਅਸੈਂਬਲੀ ਵਿੱਚ। ਅਤੇ 2 ਸਾਲਾਂ ਬਾਅਦ ਜਿਹੜੀ ਜਨਰਲ ਅਸੈਂਬਲੀ ਆ ਉਹ ਫਿਰ ਜਿਹੜੀ ਐਗਜ਼ੈਕਟਿਵ ਕਮੇਟੀ ਚੁਣਦੀ ਆ, ਅਤੇ ਐਗਜ਼ੈਕਟਿਵ ਕਮੇਟੀ ਵਿੱਚੋਂ ਫਿਰ ਜਿਹੜੇ ਅਹੁਦੇਦਾਰ ਉਹ ਚੁਣੇ ਜਾਂਦੇ ਆ। ਅਤੇ ਉਹਨਾਂ ਦੇ ਵਿੱਚ ਹੁਣ ਪਿੱਛੇ ਹੁਣ ਥੋੜ੍ਹੇ ਚਿਰ ਪਿੱਛੇ ਜਗਤਾਰ ਸਿੰਘ, ਇਹਨਾਂ ਨੂੰ ਹੁਣ ਜਿਹੜੀ ਮੁੱਖ ਸੇਵਾ ਦੇ ਤੌਰ 'ਤੇ ਸੈਕਟਰੀ ਜਨਰਲ ਦੀ ਪੋਜੀਸ਼ਨ ਹੈ ਇਹਨਾਂ ਨੂੰ ਹੁਣ ਦਿੱਤੀ ਗਈ। ਠੀਕ ਹੈ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਮੈਂ ਤੁਹਾਡੇ ਲਾਵਾਂ ਕਿ ਇਸ ਵੇਲੇ ਜਿਹੜੀ ਸਿੱਖ ਕੌਂਸਲ ਹੈ ਜਦੋਂ ਤੋਂ ਹੋਂਦ ਵਿੱਚ ਆਈ ਹੈ ਅਤੇ ਉਹ ਤੋਂ ਬਾਅਦ ਤੁਸੀਂ ਸੈਕਟਰੀ ਜਨਰਲ ਦੀ ਜਿਹੜੀ ਸੇਵਾ ਨਿਭਾ ਰਹੇ ਹੋ, ਅਤੇ ਇਹਦੇ ਵਿੱਚ ਤੁਹਾਡੀਆਂ ਕੀ ਜ਼ਿੰਮੇਵਾਰੀਆਂ ਨੇ? ਜ਼ਿੰਮੇਵਾਰੀ ਸਾਡੀ ਇਹ ਆ ਕਿ ਜਿਹੜੇ ਸਿੱਖਾਂ ਦੇ ਖਾਸ ਕਰਕੇ ਯੂਕੇ ਦੇ ਵਿੱਚ ਜਿਹੜੇ ਵੱਡੇ ਮਸਲੇ ਹੈਗੇ ਆ ਉਹਨਾਂ ਲਈ ਕੈਂਪੇਨ ਕਰਨਾ, ਉਹਨਾਂ ਲਈ ਹੱਲ ਲੱਭਣੇ, ਉਹ ਜ਼ਿੰਮੇਵਾਰੀ, ਉਹ ਮੈਂਡੇਟ ਸਿੱਖ ਕੌਂਸਲ ਦੇ ਕੋਲ ਹੈ। ਗੁਰੂ ਘਰ ਆਪਣੇ ਸਾਰੇ ਪਾਸੇ ਯੂਕੇ ਦੀਆਂ ਸੰਸਥਾਵਾਂ ਇਹ ਸਾਰੀ ਜ਼ਿੰਮੇਵਾਰੀ ਲਾਈ ਆ। ਸੋ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਦਸਤਾਰ ਦੀ ਲੈਜਿਸਲੇਸ਼ਨ ਜਿਹੜੀ ਲਾਗੂ ਹੋਈ ਹੈ ਪਿਛਲੇ 2015 ਦੇ ਵਿੱਚ, ਉਹ 'ਚ ਸਿੱਖ ਕੌਂਸਲ ਪੂਰਾ ਆਪਣਾ ਯੋਗਦਾਨ ਪਾਇਆ। ਜਿਹੜੇ ਪਿਛਲੇ ਸਾਲ ਇਲੈਕਸ਼ਨ ਹੋਏ ਆ ਆਪਣੇ ਜਿਹਦੇ ਪਾਰਲੀਮੈਂਟ ਦੇ ਵਿੱਚ
ਸੋ ਜਿੱਥੇ ਪੋਲੀਟੀਕਲ ਇੰਗੇਜਮੈਂਟ ਦਾ ਰੋਲ ਆ ਉੱਥੇ ਸਿੱਖ ਕਾਉਂਸਲ ਮੋਹਲੀ ਕਰਤਾਰ ਦੇ ਵਿੱਚ ਹੈ। ਤਾਂ ਜਿੱਥੇ ਹੁਣ ਸੈਂਸਸ ਬਾਰੇ ਗੱਲ ਹੋ ਰਹੀ ਆ ਜੀ ਜਾਂ ਲੰਡਨ ਮੈਮੋਰੀਅਲ ਬਾਰੇ ਸਿੱਖਾਂ ਦੀ ਜੋ ਫੌਜੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਜੀ ਉਹ ਜਿੱਥੇ ਵੀ ਵੱਡੇ ਮਸਲੇ ਸਿੱਖਾਂ ਦੇ ਹੈਗੇ ਆ ਉਹ ਉੱਥੇ ਜ਼ਿੰਮੇਵਾਰੀ ਸਿੱਖ ਕੌਂਸਲ ਦੀ ਬਣਦੀ ਆ ਕਿ ਪੋਲੀਟੀਕਲੀ ਇੰਗੇਜ ਹੋਣਾ ਪੋਲੀਟੀਸ਼ੀਅਨਸ ਦੇ ਨਾਲ ਤੇ ਪੋਲੀਟੀਕਲੀ ਇੰਗੇਜ ਹੋਣਾ ਗਵਰਨਮੈਂਟ ਦੇ ਨਾਲ। ਸੋ ਸਾਡੀਆਂ ਜਿਹੜੀ ਸੈਟਅਪ ਹੈਗੀ ਆ ਜਾਂ ਆਫਿਸ ਵੈਰਸ ਅਸੀਂ ਹੈਗੇ ਆ, ਇਹ ਸਾਡੀ ਮੁੱਢਲੀ ਜ਼ਿੰਮੇਵਾਰੀ ਹੈਗੀ ਆ। ਜਿੱਥੇ ਕੋਈ ਵੱਡੇ ਵਿਸ਼ੇ ਆਉਂਦੇ ਉੱਥੇ ਅਸੀਂ ਮੋਹਲੀ ਕਤਾਰ ਦੇ ਵਿੱਚ ਲੀਡ ਦੇਣੀ ਆ, ਉੱਥੇ ਅਸੀਂ ਮੋਹਲੀ ਕਤਾਰ ਦੇ ਵਿੱਚ ਅਸੀਂ ਇੰਗੇਜਮੈਂਟ ਕਰਨੀ ਆ, ਤਾਂ ਅਸੀਂ ਹੱਲ ਉਹ ਲੱਭਣੇ ਆ ਕਿ ਜੋ ਸਿੱਖਾਂ ਦੇ ਫਾਇਦੇ ਵਿੱਚ ਆ। ਠੀਕ ਹੈ। ਤੇ ਭਾਈ ਸਾਹਿਬ ਜੀ, ਮੈਂ ਤੁਹਾਡੇ ਵੱਲ ਆਵਾਂ ਕਿ ਤੁਸੀਂ ਪਤਾ ਲੱਗਾ ਕਿ ਜਿਹੜੀ ਚੋਣ ਹੈਗੀ ਆ NEC ਚੋਣ ਤੁਸੀਂ ਲੜ ਰਹੇ ਹੋ, ਤੇ ਇਹਦੇ ਬਾਰੇ ਤੁਸੀਂ ਕਿਵੇਂ ਮਨ ਬਣਾਇਆ ਜਾਂ ਇਹਦੀ ਕੀ ਲੋੜ ਆ? ਸੋ ਇਹ ਜਿਹੜੀ ਹੈਗੀ ਆ ਜਿਹੜੀ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਆ, ਠੀਕ ਹੈ, ਇਹ ਤਕਰੀਬਨ ਲੇਬਰ ਪਾਰਟੀ ਦੀ ਆਪਾਂ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਸਭ ਤੋਂ ਜਿਹੜੀ ਉੱਚੀ ਕਮੇਟੀ ਆ ਤਕਰੀਬਨ। ਤੁਸੀਂ ਜਾਣੀ ਲੇਬਰ ਪਾਰਟੀ ਵੱਲੋਂ ਇਹ ਚੋਣ ਜਿਹੜੀ ਉਹ ਲੜ ਰਹੇ? ਹਾਂਜੀ, ਇਹ ਲੇਬਰ ਪਾਰਟੀ ਦੇ ਮੈਂਬਰਾਂ ਵੱਲੋਂ ਚੋਣ ਹੋ ਰਹੀ ਆ। ਠੀਕ ਹੈ। ਤੇ ਉਹਦੇ ਵਿੱਚ ਹੁਣ 10 ਨੂੰ ਤਾਂ ਤਕਰੀਬਨ ਜਦੋਂ ਦਾ ਮੈਂ 16 ਸਾਲ ਦਾ ਸੀਗਾ, ਸਾਨੂੰ 29 ਸਾਲ ਹੋ ਜਾਣੇ ਆ, ਲੇਬਰ ਪਾਰਟੀ ਦਾ ਮੈਂਬਰ ਆ। ਤੇ ਵੈਰੀਅਸ ਉਹਦੇ ਵਿੱਚ ਉਹਦੇ ਲਏ ਰੋਲ ਕੀਤੇ ਆ ਲੇਬਰ ਪਾਰਟੀ ਦੇ ਵਿੱਚ। ਸੋ ਇਹ ਜਿਹੜੀ ਇਲੈਕਸ਼ਨ ਆ ਇਹ ਹੁਣ ਲੇਬਰ ਪਾਰਟੀ ਜਿਹੜੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਆ ਉਹਦੇ 36 ਮੈਂਬਰ ਸੀਗੇ। ਤੇ ਜੇ ਸਤੰਬਰ ਦੇ ਵਿੱਚ ਜਦੋਂ ਲੇਬਰ ਪਾਰਟੀ ਨੈਸ਼ਨਲ ਕਾਨਫਰੰਸ ਹੋਈ ਸੀਗੀ, ਉੱਥੇ ਫੈਸਲਾ ਕੀਤਾ ਗਿਆ ਸੀ ਵੀ 3 ਮੈਂਬਰ ਉੱਤੇ ਹੋਰ ਪਾਉਣੇ ਆ। ਅੱਛਾ। ਤੇ ਉਹ 3 ਮੈਂਬਰਾਂ ਦੀ ਹੁਣ ਇਲੈਕਸ਼ਨ ਹੋ ਰਹੀ ਆ ਤੇ 9 ਕੈਂਡੀਡੇਟ ਆ ਸਾਰੇ ਖੜੇ, ਤੇ ਉਹਨਾਂ ਦੇ ਵਿੱਚ ਦਾਸ ਖੜਾ ਹੋਇਆ। ਤੁਸੀਂ ਵੀ ਉਹਨਾਂ ਦੇ ਵਿੱਚ? ਹਾਂਜੀ। ਤੇ ਜਿਵੇਂ ਕਿ ਆਪਾਂ ਜੇ ਕਰੀਏ ਕਿ ਪਹਿਲਾਂ 36 ਮੈਂਬਰ ਸੀਗੇ ਤੇ ਹੁਣ 39 ਕਰਨੇ ਆ। ਹਾਂਜੀ। ਤੇ 3 ਮੈਂਬਰ ਜਿਹੜੇ ਆ ਉਹਨਾਂ ਦੀ ਚੋਣ ਕਰਨੀ, ਉਹਦੇ ਵਾਸਤੇ 9 ਜਿਹੜੀਆਂ ਐਪਲੀਕੇਸ਼ਨਾਂ ਜਿਹੜੀਆਂ 9 ਨਾਮਜ਼ਦ ਜਿਹੜੇ ਹੈ ਨੋਮੀਨੇਸ਼ਨ ਜਿਹੜੇ ਉਹ ਹੋਏ ਆ। ਸੋ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਕਿ ਮੇਨ ਆਬਜੈਕਟਿਵ ਜਿਹੜੇ ਉਹ ਕੀ ਹੈਗੇ ਆ ਜੀ, ਮੈਂ ਭਾਈ ਸਾਹਿਬ ਤੁਹਾਡੇ ਵੱਲ ਆਵਾਂ। ਹਾਂਜੀ, ਜਿਹੜਾ ਸਿੱਖ ਕੌਂਸਲ ਦਾ ਅਸੀਂ ਹੈਗੇ ਪੋਲੀਟੀਕਲੀ ਨਿਊਟਰਲ ਆ। ਠੀਕ ਹੈ। ਪਰ ਜਦੋਂ ਜਿੱਥੇ ਵੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਆਉਂਦੀ ਆ, ਖਾਸ ਕਰਕੇ ਪੋਲੀਟੀਕਲੀ, ਉੱਥੇ ਅਸੀਂ ਜਿੱਥੇ ਸਿੱਖ ਕੋਈ ਵੀ ਖੜਦਾ ਆ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ। ਸੋ ਜਦੋਂ ਪੋਲ ਉੱਪਲ MP ਸੀ ਉਹ ਟੋਰੀ ਪਾਰਟੀ ਵੱਲੋਂ ਸੀ, ਪਰ ਕਰਕੇ ਸਿੱਖ ਸੀ ਤਾਂ ਸਿੱਖਾਂ ਦੇ ਇਸ਼ੂ ਸੀ ਉਹ ਅੱਗੇ ਲੈ ਕੇ ਗਿਆ, ਅਸੀਂ ਉਹਨਾਂ ਦੀ ਸਪੋਰਟ ਕੀਤੀ। ਇਸੇ ਤਰ੍ਹਾਂ ਜੋ ਤਨਮਨਜੀਤ ਸਿੰਘ ਹੈਗੇ ਆ ਢੇਸੀ ਤਾਂ ਪ੍ਰੀਤ ਕੌਰ ਕੇਲੋ ਲੇਬਰ ਪਾਰਟੀ ਵੱਲੋਂ ਆ, ਪਰ ਸਿੱਖਾਂ ਦੇ ਇਸ਼ੂਜ਼ ਤੇ ਉਹ ਫਾਈਟ ਕਰਦੇ ਆ। ਸੋ ਸਿੱਖ ਕੌਂਸਲ ਅਸੀਂ ਆਪਣੀ ਡਿਊਟੀ ਸਮਝੀ ਆ, ਇੱਕ ਅਸੀਂ ਆਪਣਾ ਫਰਜ਼ ਸਮਝ, ਜਿੱਥੇ ਵੀ ਕੋਈ ਸਿੱਖ ਖੜਦਾ ਕਿਸੇ ਅਹੁਦੇ ਤੇ ਖਾਸ ਕਰਕੇ ਪੋਲੀਟੀਕਲੀ, ਅਸੀਂ ਸਿੱਖ ਹੋਣ ਦੇ ਨਾਤੇ ਉਹਨਾਂ ਦੀ ਸਪੋਰਟ ਕਰਨੀ ਹੈ। ਇਸੇ ਤਰ੍ਹਾਂ ਗੁਰਿੰਦਰ ਸਿੰਘ ਸਾਡੇ ਛੋਟੇ ਵੀਰ, ਇਹ ਲੇਬਰ ਪਾਰਟੀ ਦੇ ਇੱਕ ਉਪਲੀ ਕਰਤਾਰ ਵਿੱਚ ਇਹ ਮੈਂਬਰ ਹੈ, ਕਾਫੀ ਦੇਰ ਤੋਂ ਕੈਂਪੇਨ ਕਰ ਰਿਹਾ ਹੈ। ਪਰ ਉਹ ਤੋਂ ਇਲਾਵਾ ਸਿੱਖਾਂ ਦੇ ਇਸ਼ੂਜ਼ ਇਹਨਾਂ ਨੇ ਬਹੁਤ ਫਾਈਟ ਕੀਤੇ ਆ। ਸੋ ਸਿੱਖਾਂ ਦੇ ਜਿੰਨੇ ਵੀ ਇਸ਼ੂਜ਼ ਸਿੱਖ ਕੌਂਸਲ ਵਿੱਚ ਅਸੀਂ ਇਹਨਾਂ ਨਾਲ ਕਾਫੀ ਕੰਮ ਕੀਤਾ। ਤਾਂ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਕੋਈ ਸਿੱਖ ਖੜਦਾ, ਖਾਸ ਕਰਕੇ ਉਹ ਪੋਲੀਟੀਕਲੀ ਐਕਟਿਵ ਹੋਵੇ, ਤਾਂ ਜਦੋਂ ਗੱਲ ਹੋਣੀ ਹੈ ਆਪਣੇ ਪੰਥਕ ਇਸ਼ੂਜ਼ ਤੇ ਸਿੱਖ ਇਸ਼ੂਜ਼ ਤੇ, ਉੱਥੇ ਨਾਲ ਸਾਥ ਦੇਣ ਵਾਲਾ ਇੰਡੀਵਿਜੂਅਲ ਹੋਵੇ, ਉੱਥੇ ਸਿੱਖ ਕੌਂਸਲ ਆਪਣੇ ਤੌਰ ਤੇ ਪੂਰੇ ਸਪੋਰਟ ਕਰਦੀ ਆ। ਤਾਂ ਪਿੱਛੇ ਵੀ ਕੀਤੀ ਤੇ ਗਾਂਹ ਵੀ ਕਰਨੀ ਆ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਜਿੰਨਾ ਚਿਰ ਅਸੀਂ ਪੋਲੀਟੀਕਲੀ ਅਵੇਅਰ ਨਹੀਂ ਹੁੰਦੇ, ਪੋਲੀਟੀਕਲੀ ਐਂਬੀਸ਼ੀਅਸ ਨਹੀਂ ਹੁੰਦੇ, ਉਹਨਾਂ ਚਿਰ ਸਾਨੂੰ ਪਤਾ ਕਿ ਜਿੱਥੇ ਆਪਣੀ ਗਿਣਤੀ ਇੰਗਲੈਂਡ ਵਿੱਚ ਘੱਟ ਆ, ਆਪਾਂ ਜਿੰਨਾ ਚਿਰ ਉਸ ਦਾਇਰੇ 'ਚ ਨਹੀਂ ਪਹੁੰਚਦੇ ਜਿੱਥੇ ਡਿਸੀਜਨਸ ਲੈਂਦੇ ਜਾਂਦੇ ਆ, ਉੱਥੇ ਫਿਰ ਆਪਣਾ ਜਿਹੜੇ ਇਸ਼ੂਜ਼ ਹੈਗੇ ਕਈ ਵਾਰੀ ਰਿਜ਼ੋਲਵ ਨਹੀਂ ਹੁੰਦੇ। ਤਾਂ ਜਿਹੜੀ ਕਤਾਰ 'ਚ ਇਹ ਹੁਣ ਖੜ ਰਹੇ ਇਲੈਕਸ਼ਨ ਫਾਈਟ ਕਰਦੇ ਆ, ਉਹ ਇੱਕ ਬਹੁਤ ਇੰਪੋਰਟੈਂਟ ਹੈ ਕਿ ਲੇਬਰ ਪਾਰਟੀ ਦੀ ਸਭ ਤੋਂ ਉੱਚੀ ਕਮੇਟੀ ਜਿੱਥੇ ਵੱਡੇ ਫੈਸਲੇ ਲੈ ਜਾਂਦੇ ਆ, ਉਸ ਕਮੇਟੀ ਲਈ ਇਹ ਖੜ ਰਹੇ ਆ। ਤਾਂ ਸਾਨੂੰ ਐਜ਼ ਅ ਸਿੱਖ ਸਾਨੂੰ ਇਸ ਚੀਜ਼ ਦਾ ਮਾਣ ਵੀ ਹੈਗਾ ਕਿ ਸਾਡੇ ਕਮਿਊਨਿਟੀ ਦੇ ਵਿੱਚ ਇੱਦਾਂ ਦੇ ਸੂਝਵਾਨ ਇੰਡੀਵਿਜੂਅਲਸ ਹੈਗੇ ਆ ਕਿ ਉਹਨਾਂ ਕੋਲ ਕੈਪੇਬਿਲਿਟੀ ਹੈਗੀ ਉਸ ਲੈਵਲ ਤੇ ਫਾਈਟ ਕਰਨ ਦੀ। ਹਾਂਜੀ। ਤਾਂ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਇਸ਼ੂਜ਼ ਹੈਗੇ ਆ ਐਜ਼ ਅ ਸਿੱਖ ਕਮਿਊਨਿਟੀ ਜਾਂ ਐਜ਼ ਸਿੱਖਸ, ਉਹ ਵੀ ਇਹਨਾਂ ਨੇ ਸਾਨੂੰ ਪਤਾ ਆ ਕਿ ਪਿੱਛੇ ਵੀ ਇਹਨਾਂ ਨੇ ਮਿਹਨਤ ਕਾਫੀ ਕੀਤੀ ਆ ਉਹਨਾਂ ਨੂੰ ਸੋਲਵ ਕਰਨ ਲਈ। ਤਾਂ ਜਦੋਂ ਇੱਦਾਂ ਦੀ ਲੈਵਲ ਤੇ ਪਹੁੰਚ ਜਾਣ, ਉੱਥੇ ਵੀ ਸਾਡੀ ਮਦਦ ਹੋ ਸਕਦੀ ਆ। ਤਾਂ ਸਾਡੀ ਗਿਣਤੀ ਜਿੱਦਾਂ ਲਾ ਲਓ 4 ਲੱਖ ਆ, ਕਦੇ ਵੀ ਆਪਾਂ ਇਲੈਕਸ਼ਨਸ ਜਿੱਤ ਨਹੀਂ ਸਕਦੇ ਵਿਦ ਨੰਬਰਸ,
ਤਾਂ ਜੇ ਆਪਾਂ ਚਾਹੁੰਦੇ ਸਾਡਾ ਇਨਫਲੂਐਂਸ ਹੋਵੇ ਜਾਂ ਸਾਡੀ ਗੱਲ ਉਹਦੀ ਗੱਲ ਦੀ ਸੁਣਾਈ ਹੋਵੇ, ਉਹ ਤਾਂ ਹੋਣੀ ਆ ਕਿ ਜੇ ਆਪਣੇ ਮੈਂਬਰ ਉਸ ਜਗ੍ਹਾ 'ਚ ਹੋਣ, ਉੱਥੇ ਮੈਂਬਰ ਗਿਆ। ਜਿੱਦਾਂ ਹੁਣ ਤਨਮਨਜੀਤ ਸਿੰਘ ਆ ਜਾਂ ਪ੍ਰੀਤ ਕੌਰ ਗਿੱਲ ਆਪਣੇ 2 MP ਆ। ਹੁਣ ਤੁਸੀਂ ਦੇਖਿਆ ਹੋਣਾ ਪਿਛਲੇ 6 ਮਹੀਨਿਆਂ ਦੇ ਵਿੱਚ 7 ਮਹੀਨਿਆਂ ਦੇ ਵਿੱਚ ਜਿਹੜੇ ਇਸ਼ੂਜ਼ ਕਾਫੀ ਸਮਾਂ ਲੱਗਦਾ ਸੀ ਅੱਗੇ ਲੈ ਕੇ ਜਾਣ ਵਾਸਤੇ, ਇੱਕਦਮ ਮੋਹਲੀ ਕਤਾਰ 'ਚ ਆ ਗਏ ਆ, ਮੋਰਲੀ ਲਾਈਨ 'ਚ ਆ ਗਏ ਆ। ਭਾਵੇਂ ਸੈਂਸਸ ਦੀ ਗੱਲ ਆ, ਭਾਵੇਂ ਗੱਲ ਹੈਗੀ ਆ ਲੰਡਨ ਮੈਮੋਰੀਅਲ ਫॉर ਸਿੱਖਸ ਜੋ ਫੌਜੀ ਆਪਣੇ ਜਿਹਨਾਂ ਕੁਰਬਾਨੀਆਂ ਦਿੱਤੀਆਂ ਸੀ, ਜਾਂ ਹੈਗੀ ਆ ਗੱਲ ਪੋਲੀਟੀਕਲ ਇੰਗੇਜਮੈਂਟ ਦੀ, ਜਿਹੜੀ ਵੀ ਗੱਲ ਹੈਗੀ ਆ ਉਹ ਜੇ ਆਪਣੇ ਮੈਂਬਰ ਹੋਣ ਉਹ ਗੱਲ ਕਰ ਸਕਦੇ ਆ। ਦੂਸਰਿਆਂ ਨੂੰ ਕਹਿਣਾ ਮਨਾਉਣਾ ਪੈਂਦਾ, ਪਰ ਜੇ ਆਪਣਾ ਹੈਗਾ ਆ ਪੰਥਕ ਸੋਚ ਵਾਲਾ ਹੈਗਾ ਆ, ਸਿੱਖ ਇਸ਼ੂਜ਼ ਨੂੰ ਸਮਝਦਾ ਹੁੰਦਾ, ਉਹ ਜਦੋਂ ਵੀ ਉਸ ਦਾਇਰੇ ਜਾ ਕੇ ਪਹਿਲੀ ਗੱਲ ਤਾਂ ਉਹਨੂੰ ਲੇਬਰ ਪਾਰਟੀ ਦੀ ਗੱਲ ਕਰਨੀ ਆ, ਪਰ ਜਦੋਂ ਗੱਲ ਹੋਣੀ ਆ ਕਿ ਰੈਪਰੈਜ਼ੈਂਟੇਸ਼ਨ ਦੀ ਜਾਂ ਜਿਹੜੇ ਘੱਟ ਗਿਣਤੀ ਆ ਉਹਨਾਂ ਨੂੰ ਉਹ ਰੋਲ ਚਾਹੀਦਾ ਜਾਂ ਉਹ ਦਰਜਾ ਚਾਹੀਦਾ, ਉਹ ਤਾਂ ਫਿਰ ਉੱਥੇ ਜਾ ਕੇ ਗੱਲ ਕਰ ਸਕਦੇ। ਤੇ ਮੈਂ ਇਹਦੇ ਨਾਲ ਇੱਕ ਹੋਰ ਤੁਹਾਨੂੰ ਕੁਐਸਚਨ ਇਹ ਕਰਾਂ ਜ਼ਰੂਰ ਕਿ ਕਈ ਵਾਰੀ ਆਪਾਂ ਦੇਖਿਆ ਕਿ ਸਿੱਖ ਕੌਂਸਲ ਆ, ਅਗਰ ਕਿਸੇ ਹੋਰ ਧਰਮ ਦੇ ਨੂੰ ਜਾਂ ਕਿਸੇ ਹੋਰ ਨੂੰ ਲੋੜ ਪੈ ਜਾਏ, ਕੀ ਸਿੱਖ ਜਿਹੜੀ ਸਿੱਖ ਕੌਂਸਲ ਹੈ ਉਹ ਮਦਦ ਕਰੇਗੀ? ਕਰਦੀ ਅੱਗੇ ਕੀਤਾ ਵੀ ਆ। ਹੁਣ ਜਿਹੜੇ ਇੱਕ ਪ੍ਰੋਗਰਾਮ ਜਿਹੜਾ ਚੱਲਦਾ ਸੀਗਾ ਆਪਣਾ ਹੁਣ ਵੀ ਚੱਲ ਰਿਹਾ, ਜਿਹੜੇ ਵੋਲੰਟਰੀ ਰਿਟਰਨ ਤਾਂ ਜਿਹੜੇ ਇੱਥੇ ਕਈ ਵਾਰੀ ਆਪਣੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਚਿਰਾਂ ਦੇ ਇੱਥੇ ਰਹਿ ਰਹੇ ਆ, ਇੱਥੇ ਪੱਕੇ ਨਹੀਂ ਹੁੰਦੇ, ਉਹ ਹੁਣ ਵਾਪਸ ਜਾਣਾ ਚਾਹੁੰਦੇ, ਇੱਥੇ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਦੇ ਵਿੱਚ ਜਿਨ੍ਹਾਂ ਦੀ ਹੈਲਪ ਕੀਤੀ ਹੈ ਉਹਨਾਂ ਵੀ ਦੂਜੇ ਧਰਮਾਂ ਦੇ ਵੀ ਹੈਗੇ ਸੀਗੇ। ਸੋ ਉਹ ਜਿਹੜੀ ਸਿੱਖ ਕੌਂਸਲ ਖਾਸ ਕਰਕੇ ਹੈਗੀ ਆ ਵੀ ਜਿਹੜੇ ਸਿੱਖਾਂ ਦੇ ਮਸਲੇ ਉਹਨਾਂ ਨੂੰ ਮਤਲਬ ਤੁਹਾਡਾ ਕਹਿਣ ਤੋਂ ਭਾਵ ਇਹ ਹੈ ਕਿ ਸਿੱਖਾਂ ਦੇ ਮਸਲੇ ਜਿਹੜੇ ਉਹ ਤਾਂ ਆਵਾਜ਼ ਉਠਾਉਣੀ ਹੈ। ਅਗਰ ਕਿਸੇ ਹੋਰ ਧਰਮ ਦਾ ਵੀ ਕੋਈ ਆ ਕੇ ਹੈਲਪ ਵਾਸਤੇ ਕੋਈ ਮਦਦ ਮੰਗਦਾ ਆ ਤੇ ਸਿੱਖ ਕੌਂਸਲ ਉਹਦੇ ਵਾਸਤੇ ਵੀ ਰੈਡੀ ਆ। ਇਹ ਤਾਂ ਉਹਨੂੰ ਸਰਬੱਤ ਦਾ ਭਲਾ ਤਾਂ ਆਪਾਂ ਮੰਗਦੇ ਹੀ ਆ, ਤੇ ਜਿਹੜੀਆਂ ਆਪਣੇ ਸੰਗਤਾਂ ਜੇ ਉਹ ਉਸ ਹਿਸਾਬ ਨਾਲ ਜੇ ਐਕਟ ਨਹੀਂ ਕਰਨਗੀਆਂ ਤਾਂ ਫਿਰ ਆਪਾਂ ਸਿੱਖੀ ਦੇ ਵਿਰੋਧ ਹੋਣਗੇ, ਹੈ ਨਾ। ਉਹ ਤਾਂ ਆਪਾਂ ਕਰਦੇ ਹਾਂ। ਜਿਹੜੀ ਦੂਜੀ ਗੱਲ ਜਗਤਾਰ ਸਿੰਘ ਨੇ ਕੀਤੀ ਵੀ ਜਿਹੜੀ ਪੋਲੀਟੀਕਲ ਇੰਗੇਜਮੈਂਟ ਦੀ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਸਿੱਖ ਕੌਂਸਲ ਵਿੱਚ ਅਸੀਂ ਤਾਂ ਇਹੀ ਪ੍ਰਮੋਟ ਕਰਦੇ ਹਾਂ ਵੀ ਆਪਣੇ ਜਿਹੜੇ ਨੌਜਵਾਨ ਬੱਚੀਆਂ ਇਹ ਪੋਲੀਟਿਕਸ ਦੇ ਵਿੱਚ ਆਉਣ। ਹੁਣ ਆਪਾਂ ਦੇਖਦੇ ਹਾਂ ਵੀ ਤਕਰੀਬਨ ਸਾਰੇ ਫੀਲਡ ਦੇ ਵਿੱਚ ਭਾਵੇਂ ਡਾਕਟਰ ਹੋਣ, ਲਾਇਰ ਹੋਣ, ਜਿੰਨੇ ਵੀ ਫੀਲਡ ਹੈਗੇ ਆ, ਸਾਰੀਆਂ ਫੀਲਡ ਦੇ ਵਿੱਚ ਸਿੱਖਾਂ ਨੇ ਬਹੁਤ ਤਰੱਕੀ ਕੀਤੀ ਆ, ਪਰ ਪੋਲੀਟਿਕਸ ਦੇ ਵਿੱਚ ਆਪਾਂ ਬਹੁਤ ਪਿੱਛੇ ਆ। ਤੇ ਉਹਦੇ ਵਿੱਚ ਆਪਾਂ ਨੂੰ ਜ਼ਰੂਰਤ ਹੈ ਵੀ ਜਿਹੜੇ ਆਪਣੇ ਬੱਚੀਆਂ ਨੌਜਵਾਨ ਹੈ ਉਹ ਇੰਟਰਸਟ ਲੈਣ, ਮੈਂਬਰ ਬਣਨ, ਭਾਵੇਂ ਲੇਬਰ ਪਾਰਟੀ ਦੇ ਮੈਂਬਰ, ਆਪਾਂ ਤਾਂ ਲੇਬਰ ਪਾਰਟੀ ਦਾ ਕਹਿਣਾ, ਪਰ ਦੂਜੇ ਪਾਰਟੀਆਂ ਦੇ ਵਿੱਚ ਵੀ ਐਕਟਿਵ ਹੋਣ, ਕਿਉਂਕਿ ਸਾਰੇ ਪਾਰਟੀਆਂ ਦੇ ਵਿੱਚ ਆਪਣੇ ਸਿੱਖਾਂ ਦੇ ਚਾਹੀਦੇ ਆ, ਤੇ ਤਾਂ ਆਪਣੀ ਫਿਰ ਗੱਲ ਗਾਂ ਸੁਣੀ ਜਾ ਸਕਦੀ ਹੈ। ਤੇ ਜਦੋਂ ਆਪਾਂ ਇੱਦਾਂ ਕਰਦੇ ਹਾਂ, ਜਦੋਂ ਇਨਵੋਲਵ ਹੁੰਦੇ ਆ, ਫਿਰ ਆਟੋਮੈਟਿਕਲੀ ਲੋਕਾਂ ਨੂੰ ਦੂਜਿਆਂ ਨੂੰ ਪਤਾ ਲੱਗਦਾ ਵੀ ਇਹ ਸਿੱਖ ਹੈਗੇ ਆ, ਇਹਨਾਂ ਦੇ ਮਸਲੇ ਕੀ ਹੈਗੇ, ਆਪਣੀ ਗੱਲ ਫਿਰ ਆਟੋਮੈਟਿਕਲੀ ਉੱਥੇ ਸੁਣੀ ਜਾਂਦੀ ਹੈ। ਪਰ ਜਿੰਨਾ ਚਿਰ ਆਪਾਂ ਨਹੀਂ ਪਹਿਲਾਂ ਪੈਰ ਚੱਕਦੇ, ਆਪਾਂ ਨਹੀਂ ਕਦਮ ਚੱਕਦੇ, ਫਿਰ ਉਹਨਾਂ ਚਿਰ ਉਹ ਵੀ ਬਹੁਤ ਜ਼ਿਆਦਾ ਨੋਟਿਸ ਨਹੀਂ ਲੈਂਦੇ। ਤੇ ਜਗਤਾਰ ਸਿੰਘ, ਕੀ ਇਹਦਾ ਕਾਰਨ ਹੈ ਕਿ ਜਿਹੜੇ ਬਹੁਤ ਸਾਡੇ ਨੌਜਵਾਨ ਆ ਉਹ ਪੋਲੀਟਿਕਸ ਦੇ ਵਿੱਚ ਜਾਂ ਪੋਲੀਟੀਕਲ ਮਸਲਿਆਂ ਦੇ ਵਿੱਚ ਨਹੀਂ ਆਉਂਦੇ? ਹੁਣ ਥੋੜ੍ਹਾ ਜਿਹਾ ਦੇਖਿਆ ਕਿ ਜਾਗਰਤੀ ਥੋੜ੍ਹੀ ਜਿਹੀ ਆਈ ਹੈ, ਤੇ ਇਹਦੇ ਬਾਰੇ ਕੀ ਮੁੱਖ ਕਾਰਨ ਕੀ ਹੈ? ਚਲੋ ਉਹ ਆਪਾਂ ਥੋੜ੍ਹਾ ਅੰਦਾਜ਼ਾ ਹੀ ਲਾ ਸਕਦੇ ਕਿ ਮੁੱਖ ਕਾਰਨ ਕੀ ਹੈ। ਦਾਸ ਨੂੰ ਤਾਂ ਇਹ ਲੱਗਦਾ ਕਿ ਜਿਹੜੀ ਪਹਿਲੀ ਜਨਰੇਸ਼ਨ ਸੀ ਜਦੋਂ ਆਈ ਸੀ ਪੰਜਾਬ ਤੋਂ, ਉਦੋਂ ਇਹ ਸੀ ਇਟਸ ਅ ਕੁਐਸਚਨ ਆਫ ਸਰਵਾਈਵਲ, ਕਿ ਇੱਥੇ ਆ ਕੇ ਨੌਕਰੀਆਂ ਕੀਤੀਆਂ, ਬੱਚਿਆਂ ਨੂੰ ਪੜ੍ਹਾਇਆ, ਸੋ ਬੱਚਿਆਂ ਨੂੰ ਉਸ ਲਾਈਨ 'ਚ ਪਾਇਆ ਜਿੱਥੇ ਪਤਾ ਸੀ ਕਿ ਮਾਰਗ ਤੌਰ 'ਤੇ ਤਰੱਕੀ ਹੋ ਸਕਦੀ ਆ। ਜਾਂ ਜਦੋਂ ਪਹਿਲੀ ਜਨਰੇਸ਼ਨ ਆਈ ਸੀ ਕਿ ਉਹਨਾਂ ਦੇ ਇੱਥੇ ਆਉਣ ਦੇ ਵਿੱਚ ਸਫਲਤਾ ਸੀ ਕਿ ਜੇ ਇੱਥੇ ਆ ਕੇ ਸਟੈਬਲਿਸ਼ ਹੋ ਜਾਣ। ਹੁਣ ਆਪਾਂ ਦੇਖਦੇ ਹਾਂ ਕਿ ਉਸ ਪੱਖੋਂ ਸਿੱਖ ਇੱਥੇ ਜੋ UK 'ਚ ਰਹਿ ਰਹੇ ਆ, ਸਾਰੇ ਪਾਸੇ ਫਾਈਨੈਂਸ਼ਲੀ ਸਿੱਖ ਠੀਕ ਆ, ਪਰ ਆਪਾਂ ਇਹ ਦੇਖਦੇ ਹਾਂ ਕਿ ਹੁਣ ਜਿੱਥੇ ਆਪਣੀ ਘਾਟ ਕਿੱਥੇ ਆ, ਘਾਟ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡਾ ਇਨਫਲੂਐਂਸ ਬਹੁਤ ਘੱਟ ਆ। ਆਪਾਂ ਇੱਥੇ ਰਹਿ ਰਹੇ ਹਾਂ, ਅਸੀਂ ਬਹੁਤ ਸਕਸੈਸਫੁਲ ਹਾਂ, ਪੋਲੀਟੀਕਲੀ ਆਪਣਾ ਇਨਫਲੂਐਂਸ ਬਹੁਤ ਘੱਟ ਆ। ਸੋ ਉੱਥੇ ਗੱਲ ਮੁੜ ਕੇ ਆਈ ਹੈ ਕਿ ਜਿੱਥੇ ਜਿਹੜੀ ਜਗ੍ਹਾ 'ਚ ਹੁਣ ਗੁਰਿੰਦਰ ਸਿੰਘ ਖੜਾ ਹੋ ਰਿਹਾ, ਇਲੈਕਸ਼ਨ ਫਾਈਟ ਕਰ ਰਿਹਾ ਫੋਰ ਦੀ ਨੈਸ਼ਨਲ ਐਗਜ਼ੈਕਟਿਵ ਕਮੇਟੀ ਆਫ ਦ ਲੇਬਰ ਪਾਰਟੀ, ਹੈ ਨਾ, ਉਹਦੀ ਜਿਹੜੀ ਡੈਡਲਾਈਨ ਹੈਗੀ ਅਗਲੇ ਫਰਾਈਡੇ ਆ, 12 ਜਨਵਰੀ। ਤੇ ਜਿਹੜੇ ਲੇਬਰ ਪਾਰਟੀ ਦੇ ਮੈਂਬਰ ਆ, ਬੇਨਤੀ ਇਹੀ ਆ ਕਿ ਜੇ ਤੁਹਾਨੂੰ ਐਜ਼ ਅ ਲੇਬਰ ਪਾਰਟੀ ਮੈਂਬਰ ਤੁਹਾਨੂੰ ਪੋਸਟ ਦੇ ਵਿੱਚ ਚਿੱਠੀ ਆਈ ਆ ਬੈਲਟ ਕਿ ਤੁਸੀਂ ਉਹਨੂੰ ਵਾਪਸ ਭੇਜੋ, ਤਾਂ ਗੁਰਿੰਦਰ ਸਿੰਘ ਦਾ ਨਾਂ ਟਿਕ ਕਰਕੇ ਤਾਂ ਤੁਸੀਂ ਵਾਪਸ ਭੇਜੋ। ਕਰਕੇ ਇਹ ਸਾਡੀ ਜਿਹੜੀ ਮੇਨ ਅੱਜ ਦਾ ਮਕਸਦ ਇਹੀ ਆ ਕਿ ਹਾਈਲਾਈਟ ਕਰਨਾ ਕਿ ਪੋਲੀਟੀਕਲੀ ਆਪਾਂ ਨੂੰ ਐਕਟਿਵ ਹੋਣਾ ਚਾਹੀਦਾ, ਕਿ ਜਿਹੜੀ 12 ਤਰੀਕ ਨੂੰ ਡੈਡਲਾਈਨ ਹੈਗੀ ਅਗਲੇ ਫਰਾਈਡੇ, ਤਾਂ ਜਿਹੜੇ ਲੇਬਰ ਪਾਰਟੀ ਮੈਂਬਰ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਮਿਲੀਆਂ ਆ ਕਿ ਤੁਸੀਂ ਕਿਹੜੇ
ਮੈਂਬਰ ਚੂਜ਼ ਕਰਨੀ ਚਾਹੁੰਦੇ ਆ। ਚਿੱਠੀਆਂ ਜਾਂ ਈਮੇਲ ਆਈ ਹੋਣੀਆਂ ਜਿਹੜੇ ਵੀ ਲੇਬਰ ਪਾਰਟੀ ਦੇ ਮੈਂਬਰ ਹੈਗੇ ਆ। ਤਕਰੀਬਨ ਇਸ ਮੁਲਕ ਦੇ ਵਿੱਚ ਸਾਰੇ ਨੈਸ਼ਨਲ ਲੈਵਲ ਤੇ ਇਲੈਕਸ਼ਨ ਹੋ ਰਹੀ ਆ। ਤਕਰੀਬਨ 5.5 ਲੱਖ ਮੈਂਬਰ ਆ। ਸੋ ਉਹਦੇ ਵਿੱਚ ਸਿੱਖਾਂ ਦੇ ਵੀ ਹੋਣਗੇ ਹੈਗੇ ਆਪਾਂ ਨੂੰ ਪਤਾ, ਤੇ ਉਹਨਾਂ ਸਾਰਿਆਂ ਨੂੰ ਬੈਲਟ ਪੇਪਰ ਆਇਆ ਹੋਣਾ ਈਮੇਲ ਰਾਹੀਂ ਜਾਂ ਦਾਖ ਰਾਹੀਂ, ਤੇ ਉਹ ਜ਼ਰੂਰੀ ਆ ਵੀ ਉਹ ਅਗਲੀ 12 ਤਰੀਕ ਦੁਪਹਿਰ ਨੂੰ 12 ਵਜੇ ਤੱਕ ਡੈਡਲਾਈਨ ਆ। ਉਸ ਤੋਂ ਪਹਿਲਾਂ ਉਹ ਭਰ ਕੇ ਜ਼ਰੂਰ ਵਾਪਸ ਭੇਜਣ। ਸੋ ਇਹ ਜਿਹੜੇ ਜਿੰਨੇ ਵੀ ਆਪਣੇ ਯੂਕੇ ਦੇ ਵਿੱਚ ਜਿਹੜੀ ਲੇਬਰ ਪਾਰਟੀ ਆ ਉਹਦੇ ਜਿੰਨੇ ਵੀ ਮੈਂਬਰ ਆ ਉਹਨਾਂ ਮੈਂਬਰਾਂ ਨੂੰ ਸਾਰਿਆਂ ਨੂੰ ਬੈਲਟ ਪੇਪਰ ਜਿਹੜਾ ਜ਼ਰੂਰ ਆਇਆ ਹੋਏਗਾ, ਤੇ ਉਹਨਾਂ ਨੇ ਕਿਸ ਜਿਹੜਾ ਕੈਂਡੀਡੇਟ ਆ ਉਹਨੂੰ ਇਲੈਕਟ ਕਰਨਾ ਹੈਗਾ, ਤੇ ਉਹ ਸੋਚ ਕੇ ਮਤਲਬ ਉਹਦੇ ਵਿੱਚ ਤੁਹਾਡਾ ਵੀ ਨਾਂ ਆ। ਤੁਹਾਡੇ ਤੋਂ ਇਲਾਵਾ ਹੋਰ ਵੀ ਕੋਈ ਆਪਣੇ ਸਿੱਖ ਨੌਜਵਾਨ ਹੈ? ਸਿੱਖ ਨਹੀਂ ਕੋਈ ਹੋਰ ਹੈਗਾ, ਤੇ ਠੀਕ ਹੈ, ਤੁਸੀਂ ਇਕੱਲੇ ਆ ਉਹਦੇ ਵਿੱਚ? ਹਾਂਜੀ, ਇਸ ਲੈਵਲ ਤੇ ਇਸ ਕਮੇਟੀ ਵਾਸਤੇ ਪਹਿਲੀ ਵਾਰ ਸਿੱਖ ਦਾ ਕੋਈ ਵੀ ਸਿੱਖਾਂ ਦਾ ਕੋਈ ਵੀ ਖੜਾ ਹੋਇਆ ਪਹਿਲੀ ਵਾਰ ਆ। ਤੁਸੀਂ ਪਹਿਲੀ ਵਾਰ ਜਣੇ ਚੋਣ ਲੜਨੀ ਆ। ਤੇ ਤੁਸੀਂ ਕਿੰਨੇ ਕੁ ਚਿਰ ਤੋਂ ਇਸ ਲੇਬਰ ਪਾਰਟੀ ਦੇ ਨਾਲ ਜੁੜੇ ਹੋ? ਲੇਬਰ ਪਾਰਟੀ ਦਾ ਮੈਂ ਮੈਂਬਰ ਤਕਰੀਬਨ ਜਦੋਂ 16 ਸਾਲ ਦਾ ਸੀਗਾ ਉਦੋਂ ਮੈਂ ਮੈਂਬਰ ਬਣਿਆ ਹੋਇਆ, ਤੇ ਕਾਫੀ ਐਕਟਿਵ ਉਹਦੇ ਵਿੱਚ। ਹੁਣ ਚਲੋ ਸਿੱਖ ਹਾਊਸ ਦੀ ਆਪਾਂ ਗੱਲ ਕੀਤੀ ਆ, ਆਪਾਂ ਲੇਬਰ ਪਾਰਟੀ ਵਿੱਚ 6 ਫॉर ਲੇਬਰ ਸੰਸਥਾ ਸੈਟਅਪ ਕੀਤੀ ਸੀਗੀ 4-5 ਸਾਲ ਪਹਿਲਾਂ। ਉਸ ਦਾ ਵਾਈਸ ਚੇਅਰਮੈਨ ਆ। ਹੋਰ ਆਰਗੇਨਾਈਜੇਸ਼ਨ ਦਾ ਵੀ ਕਾਫੀ ਐਕਟਿਵ ਹੈਗਾ। ਇੱਥੇ ਵੈਸਟ ਮਿਡਲੈਂਡ ਪੁਲਿਸ ਦੀ ਜਿਹੜੀ ਸਟ੍ਰੈਟੇਜਿਕ ਪੁਲਿਸ ਇਨਕੁਆਇਰੀ ਬੋਰਡ ਉਹਦਾ ਵੀ ਮੈਂਬਰ ਆ। ਹੋਪ ਨਾਟ ਹਾਈਟ ਇੱਕ ਨੈਸ਼ਨਲ ਲੈਵਲ ਤੇ ਚੈਰਿਟੀ ਆ, ਪੋਲੀਟੀਕਲ ਕੈਂਪੇਨ ਗਰੁੱਪ ਆ, ਉਹਦਾ ਵੀ ਡਾਇਰੈਕਟਰ ਟਰਸਟੀ ਆ। ਤੇ ਕਾਫੀ ਇੱਦਾਂ ਸਕੂਲ ਗਵਰਨੈਂਸ ਕਾਫੀ ਇਨਵੋਲਵਮੈਂਟ ਹੈਗੀ ਆ। ਸੋ ਇਹ ਕਾਫੀ ਲੇਬਰ ਪਾਰਟੀ ਦੇ ਵਿੱਚ ਕਾਫੀ ਐਕਟਿਵ ਆ। ਠੀਕ ਹੈ। ਉਹ ਤਾਂ ਖੁਸ਼ੀ ਵਾਲੀ ਗੱਲ ਇਹ ਆਪਣੇ ਗਿਆਨੀ ਜੀ ਕਿ ਗੁਰਿੰਦਰ ਸਿੰਘ ਦੀ ਜਿਹੜੀ ਅਪੀਲ ਹੈਗੀ ਹੈ ਨਾ ਕਾਫੀ ਬਹੁਤ ਵਾਈਡ ਆ। ਜਿਹੜੀ ਇੱਥੇ ਦੀ ਗੋਰਾ ਕਮਿਊਨਿਟੀ ਆ, ਹੋਰ ਕਮਿਊਨਿਟੀ ਹੈਗੀਆਂ ਆ, ਉਹਨਾਂ ਵਾਸਤੇ ਇਹਨੇ ਕਾਫੀ ਕੰਮ ਕੀਤਾ। ਸੋ ਉਹ ਕਾਫੀ ਇਹਨਾਂ ਨੂੰ ਸਪੋਰਟ ਦੇ ਰਹੇ ਆ। ਪਰ ਸਾਡੀ ਬੇਨਤੀ ਇਹੀ ਹੈ ਕਿ ਸਿੱਖ ਹੋਣ ਦੇ ਨਾਤੇ ਜਿਹੜੇ ਸਿੱਖ ਲੇਬਰ ਪਾਰਟੀ ਦੇ ਮੈਂਬਰ ਹੈਗੇ ਆ ਉਹਨਾਂ ਨੂੰ ਇੱਕ ਆਪਣਾ ਫਰਜ਼ ਸਮਝ ਕੇ ਕਿ ਜੇ ਬੈਲਟ ਪੇਪਰ ਆਉਂਦਾ ਆ ਕਿ ਤੁਸੀਂ ਵਾਪਸ ਭੇਜੋ। ਠੀਕ ਹੈ, ਤਾਂ ਠੀਕ ਹੈ। ਬਾਕੀ ਕਮਿਊਨਿਟੀ ਵੱਲੋਂ ਕਾਫੀ ਸਪੋਰਟ ਗੁਰਿੰਦਰ ਸਿੰਘ ਨੂੰ ਮਿਲ ਰਹੀ ਹੈ, ਐਮਪੀਆਂ ਵੱਲੋਂ ਬਹੁਤ ਸਪੋਰਟ ਮਿਲ ਰਹੀ ਆ। ਪਰ ਫਿਰ ਵੀ ਹੈਗੇ ਤਾਂ ਸਿੱਖ ਆ, ਤੇ ਜਿਹੜੇ ਸਿੱਖ ਲੇਬਰ ਪਾਰਟੀ ਦੇ ਮੈਂਬਰ ਹੈਗੇ ਆ ਆਪਣਾ ਫਰਜ਼ ਸਮਝ ਕੇ ਕਿ ਜੇ ਉਹ ਈਮੇਲ ਆਉਂਦੀ ਆ ਤੇ ਜੇ ਬੈਲਟ ਪੇਪਰ ਆਇਆ ਆ ਉਹਨੂੰ ਜਵਾਬ ਭਰ ਕੇ ਉਹਨੂੰ ਘਰ ਨਾਲ ਰੱਖ ਲੈਣ। ਹਾਂਜੀ, ਯਾਨੀ ਉਹਦਾ ਵੋਟ ਦਾ ਇਸਤੇਮਾਲ ਕਰਨ, ਮੇਕ ਇਟ ਕਾਊਂਟ। ਤੇ ਬਾਕੀ ਉਹ ਥਿੰਕ ਕਰਨ ਵੀ ਕਿ ਕਿਸ ਤਰ੍ਹਾਂ ਹੈ ਕਿ ਉਹ ਉਹਨਾਂ ਦੀ ਆਪਣੀ ਥਿੰਕਿੰਗ ਹੈ। ਹਾਂਜੀ ਹਾਂਜੀ ਹਾਂਜੀ। ਤੇ ਉਹ ਜ਼ਰੂਰ ਮਤਲਬ ਤੁਹਾਡਾ ਕਹਿਣ ਤੋਂ ਭਾਵੇਂ ਵੋਟ ਕਿਤੇ ਘਰ ਨਾ ਪਈ ਰਹਿ ਜਾਏ। ਹਾਂਜੀ ਹਾਂਜੀ। ਤੇ ਵੈਸੇ ਇਹ ਤਾਂ ਸਾਰੇ ਚਾਹੀਦਾ ਵੀ ਹੈ ਕਿ ਜਿਹੜੀ ਵੋਟ ਆਪਾਂ ਨੂੰ ਉਹਦੀ ਵਰਤੋਂ ਕਰਨੀ ਚਾਹੀਦੀ ਆ। ਤੇ ਇਹ ਤੋਂ ਇਲਾਵਾ ਤੁਹਾਡੇ ਹੋਰ ਜਿਹੜੇ ਇਹਦੇ ਏਮ ਆ ਉਹ ਕੀ ਹੈਗੇ ਆ? ਸੋ ਇਹ ਜਿਹੜੀ ਲੇਬਰ ਪਾਰਟੀ ਦੀ ਜਿਹੜੀ ਨੈਸ਼ਨਲ ਲੈਵਲ ਤੇ ਇਹ ਜਿਹੜੀ ਕਮੇਟੀ ਆ, ਤਕਰੀਬਨ ਇਹਦੀ ਰੋਲ ਹੈਗੀ ਆ ਜੀ ਲੇਬਰ ਪਾਰਟੀ ਦੀ ਆਰਗੇਨਾਈਜੇਸ਼ਨ ਉਹਦੀ ਸੰਭਾਲਣ ਨੂੰ। ਸੋ ਜਦੋਂ ਹੁਣ ਜਿੱਦਾਂ ਆ ਜਿਹੜੀ ਜਨਰਲ ਇਲੈਕਸ਼ਨ ਹੋਈ ਸੀ ਜੂਨ ਦੇ ਵਿੱਚ, ਆਮ ਤੌਰ ਤੇ ਜਦੋਂ ਕੋਈ ਵੀ ਕੈਂਡੀਡੇਟ ਸਿਲੈਕਟ ਕੀਤੇ ਜਾਂਦੇ ਆ, ਜਦੋਂ ਟਿਕਟਾਂ ਜਿਹੜੀਆਂ ਆਪਾਂ ਕਹਿੰਦੇ ਦਿੱਤੀਆਂ ਜਾਂਦੀਆਂ, ਉਹ ਆਮ ਤੌਰ ਤੇ ਜਿਹੜੇ ਲੋਕਲ ਲੈਵਲ ਤੇ ਮੈਂਬਰ ਹੁੰਦੇ ਉਹ ਚੁਣਦੇ ਹੁੰਦੇ ਆ। ਪਰ ਇਹ ਇਲੈਕਸ਼ਨ ਉਹਨਾਂ ਨੇ ਛੇਤੀ ਕਾਹਲੀ ਤੇ ਕੋਲ ਕਰ ਲਈ ਸੀ ਗਵਰਨਮੈਂਟ ਨੇ। ਸੋ ਉਹ ਜਿੰਨੇ ਵੀ ਤਕਰੀਬਨ 600 ਤੋਂ ਉੱਪਰ ਕੈਂਡੀਡੇਟ ਜਿੰਨੇ ਵੀ ਲੈਵਲ ਦੇ ਖੜੇ ਹੋਏ ਸੀਗੇ ਉਹ ਸਾਰੇ ਨੈਸ਼ਨਲ ਐਗਜ਼ੈਕਟਿਵ ਨੇ ਸਿਲੈਕਟ ਕੀਤੇ ਸੀਗੇ। ਸੋ ਇਹਦੀ ਪਾਵਰ ਇੱਥੇ ਤੱਕ ਹੈਗੀ ਆ ਵੀ ਹੁਣ ਜਿੱਦਾਂ ਤਨਮਨਜੀਤ ਸਿੰਘ ਢੇਸੀ ਬਣਿਆ ਜਾਂ ਪ੍ਰੀਤ ਕੌਰ ਗਿੱਲ ਬਣੀ ਆ, ਉਹਨਾਂ ਨੂੰ ਵੀ ਉਸ ਨੈਸ਼ਨਲ ਐਗਜ਼ੈਕਟਿਵ ਕਮੇਟੀ ਨੇ ਚੁਣਿਆ ਸੀਗਾ ਕੈਂਡੀਡੇਟ ਤੌਰ ਤੇ। ਹੋਰ ਵੀ ਸਿੱਖਾਂ ਦੇ ਖੜੇ ਹੋਏ ਸੀਗੇ ਡਿਫਰੈਂਟ ਸੀਟਾਂ ਤੇ, ਪਰ ਇਹ ਦੋਨੇ ਕਾਮਯਾਬ ਹੋਏ ਸੀਗੇ। ਸੋ ਬਾਕੀ ਜਿਹੜਾ ਵੀ ਜਿਹੜੀ ਪੋਲਿਸੀ ਲੇਬਰ ਪਾਰਟੀ ਨੇ ਜਿਹੜਾ ਪੋਲਿਸੀ ਏਰੀਆ ਇਹ ਕਮੇਟੀ ਉਹ ਪੋਲਿਸੀ ਬਣਾਉਂਦੀ ਨਹੀਂ ਗੀ, ਪਰ ਜਿਹੜਾ ਸਟਰਕਚਰ ਹੈ ਜਿਹੜੇ ਹਿਸਾਬ ਨਾਲ ਪੋਲਿਸੀ ਬਣਾਈ ਜਾਂਦੀ ਉਹ ਸਾਰਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ। ਠੀਕ ਹੈ ਜਗਤਾਰ ਸਿੰਘ ਜੀ, ਜਿਵੇਂ ਕਿ ਆਪਾਂ ਸਿੱਖ ਕੌਂਸਲ ਆਪਾਂ ਨੂੰ ਪਤਾ ਹੈ ਕਿ ਬਣੀ ਹੈ ਯੂਕੇ ਦੇ ਵਿੱਚ, ਤੇ ਇਹਦੇ ਵਿੱਚ ਜਿਹੜੇ ਅਦਰ ਪਾਰਟੀਜ਼ ਨੇ ਉਹਦੇ ਵੀ ਮੈਂਬਰ ਹੋਣਗੇ ਵਿੱਚ। ਹਾਂਜੀ, ਗੁਰਦੁਆਰਿਆਂ ਦੇ ਵਿੱਚੋਂ ਆਪਾਂ ਸਾਰੇ ਮੈਂਬਰ ਲਏ ਹੋਏ ਨੇ। ਹਾਂਜੀ ਹਾਂਜੀ। ਤੇ ਜਦੋਂ ਕੋਈ ਸਿੱਖ ਮਸਲੇ ਆਉਂਦੇ ਆ ਤੇ ਕੀ ਉਹ ਜਿਹੜੇ ਬਾਕੀ ਦੇ ਪਾਰਟੀਆਂ ਦੇ ਵੀ ਵਿੱਚ ਹੁੰਦੇ ਆ, ਕੀ ਤੁਹਾਡੀਆਂ ਜਿਹੜੀ ਪਾਲਿਸੀਜ਼ ਵਗੈਰਾ ਹੁੰਦੀਆਂ ਨੇ ਹਾਂਜੀ ਉਹ ਕੀ ਤੁਸੀਂ ਇੱਕ ਲੈਵਲ ਤੇ ਹੋ ਕੇ ਫਿਰ ਉਹਨੂੰ ਹੱਲ ਕਰਦੇ ਹੋ? ਹਾਂਜੀ, ਸੋ ਕੋਈ ਵੀ ਜਿਹੜਾ ਮਸਲਾ ਸਾਹਮਣੇ ਆਉਂਦਾ ਆ, ਸਾਡੀ ਐਗਜ਼ੈਕਟਿਵ ਜਿਹੜੇ ਮੇਨ ਡਿਸੀਜਨ ਮੇਕਿੰਗ ਬੋਡੀ ਆ, ਤਾਂ ਉਸ ਤੋਂ ਇਲਾਵਾ ਕਿ ਅਸੀਂ ਕਦੀ ਬੋਰਡ ਤੇ ਨਹੀਂ ਕੋਈ ਫੈਸਲੇ ਲਏ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਹਮੇਸ਼ਾ ਕਿ ਕੰਸੈਂਸਸ ਲੈ ਕੇ ਜਿਹੜੀ ਰਾਏ ਜਿਹੜੀ ਆ ਰਹੀ ਆ ਕੰਸੈਂਸਸ ਤੌਰ ਤੇ ਉਹਨੂੰ ਅਡੋਪਟ ਕੀਤਾ ਜਾਂਦਾ ਆ। ਅਸੀਂ ਇਹ ਨਹੀਂ ਚਾਹੁੰਦੇ ਕਿ ਉੱਥੇ ਕੋਈ ਇੱਕ ਧੜਾ ਜਾਂ ਕੋਈ ਇੱਕ ਪਾਰਟੀ ਕੋਈ ਜਾਂ ਕੋਈ ਕੁਛ ਗੁਰਦੁਆਰੇ ਜਾਂ ਕੁਛ ਸੰਸਥਾਵਾਂ ਆਪਣਾ ਰੋਲ ਤੋਂ ਜ਼ਿਆਦਾ ਵਰਤਣ, ਪਰ ਉੱਥੇ ਸਾਡੀ ਕੰਸੈਂਸਸ ਤੌਰ ਤੇ ਸਾਡੇ ਫੈਸਲੇ ਲੈ ਜਾਂਦੇ ਆ। ਤਾਂ ਲੈ ਜਾਂਦੇ ਆ ਕਿ ਆਪਣੇ ਪੰਥਿਕ ਸੋਚ ਦੇ ਨਾਲ
ਮੇਨ ਜਿਹੜੀ ਗੱਲ ਆ ਗੁਰੂ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼, ਬਾਕੀ ਜੋ ਆਪਣੇ ਸਿੱਖਾਂ ਦੇ ਜਿੱਦਾਂ ਸਰਬੱਤ ਖਾਲਸੇ ਦਾ ਇੱਕ ਬਹੁਤ ਵਧੀਆ ਰੋਲ ਮਾਡਲ ਹੈਗਾ ਆ ਕਿ ਆਪਾਂ ਬਹਿ ਕੇ ਮਿਲ ਕੇ ਸਾਂਝੀ ਵਿਚਾਰ ਜੋ ਮਸਲਾ ਲੈ ਕੇ ਉਹਨੂੰ ਵਿਚਾਰ ਕੇ ਤਾਂ ਕੋਈ ਫੈਸਲਾ ਲੈਣਾ ਉਹਦੇ ਵਿੱਚੋਂ ਲੈਣਾ। ਤਾਂ ਇਹ ਸਾਡੀ ਅਪਰੋਚ ਹੈਗੀ ਆ। ਤੇ ਇਹਦੇ ਨਾਲ ਅਸੀਂ ਕਈ ਫੈਸਲੇ ਲਏ ਆ। ਆਪ ਜੀ ਨੂੰ ਪਤਾ ਹੋਣਾ ਜਿੱਦਾਂ ਆਪਣੇ ਮਿਕਸ ਮੈਰਿਜ ਬਾਰੇ ਵੀ ਕਈ ਪ੍ਰੋਟੈਸਟ ਹੁੰਦੇ ਸੀ, ਤਾਂ ਕੌਂਸਲ ਕੋਈ ਮਸਲਾ ਆਇਆ ਸੀ, ਉਹ ਵੀ ਸਾਨੂੰ ਨਜਿੱਠਣਾ ਪਿਆ ਕਰਕੇ ਸਾਡੇ ਮੈਂਬਰ ਸਾਨੂੰ ਆ ਕਹਿੰਦੇ ਸੀ ਕਿ ਇਹ ਇਸ਼ੂ ਬਣਿਆ ਆ ਤੇ ਇਹਦੇ ਵਾਸਤੇ ਤੁਸੀਂ ਕੋਈ ਨਾ ਕੋਈ ਰੈਜ਼ੋਲੂਸ਼ਨ ਲੱਭੋ। ਇਸੇ ਤਰ੍ਹਾਂ ਜਿਹੜੇ ਇਸ਼ੂ ਸੀ ਕਿ ਸਿੱਖਾਂ ਦੀ ਕੋਈ ਵੀ ਪੋਲੀਟੀਕਲ MP ਹੈ ਨਹੀਂ ਸੀ ਕੁਝ ਸਾਲ ਪਹਿਲਾਂ, ਜ਼ੀਰੋ ਆਪਣੀ ਪਾਰਲੀਮੈਂਟ ਦੇ ਵਿੱਚ ਰੈਪਰੈਜ਼ੈਂਟੇਸ਼ਨ ਸੀ, ਉੱਥੇ ਵੀ ਅਸੀਂ ਆਪਣਾ ਪੂਰਾ ਰੋਲ ਅਦਾ ਕੀਤਾ। ਜਿੱਦਾਂ ਹੁਣ ਲੇਬਰ ਪਾਰਟੀ 2 MP ਬਣ ਗਏ ਆ, ਇਹ ਐਵੇਂ ਨਹੀਂ ਬਣ ਗਿਆ, ਇਹ ਕਰਕੇ ਇੰਡੀਵਿਜੂਅਲ ਤੌਰ ਤੇ ਸੰਸਥਾ ਤੌਰ ਤੇ ਬਿਹਾਈਂਡ ਦ ਸੀਨਸ ਕੰਮ ਕਰਕੇ ਇਹ ਜਿਹੜੇ ਫੈਸਲੇ ਸਾਹਮਣੇ ਆਏ ਆ। ਇਸੇ ਤਰ੍ਹਾਂ ਹੋਰ ਵੀ ਜਿੱਦਾਂ ਹੁਣ 5 ਕਕਾਰਾਂ ਦੀ ਤੁਸੀਂ ਆਪਾਂ ਗੱਲ ਲੈ ਲਈਏ, ਕਿਰਪਾਨ ਦੀ ਗੱਲ ਲੈ ਲਈਏ ਜਾਂ ਆਪਣੇ ਘੜੇ ਦੀ, ਕਈ ਪਾਸੇ ਰੋਕ ਲੱਗਣ ਲੱਗ ਪਈ ਆ ਕਰਕੇ ਸਿਕਿਉਰਿਟੀ ਦੀ ਜਿਹੜੀ ਸਿਚੁਏਸ਼ਨ ਕਾਫੀ ਟੈਂਸ ਹੈ UK ਦੇ ਵਿੱਚ ਹਾਲਾਤ ਕਰਕੇ, ਤਾਂ ਉੱਥੇ ਕਿਰਪਾਨ ਜਾਂ ਕੜਾ ਕਈ ਪਾਸੇ ਰੋਕ ਲੱਗਣ ਲੱਗ ਪਈ ਆ। ਸੋ ਇਹ ਵੀ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਆ। ਅਸੀਂ ਪੋਲੀਟੀਸ਼ੀਅਨਸ ਦੇ ਨਾਲ ਗੱਲ ਕਰ ਰਹੇ ਹਾਂ, ਸਿਵਲ ਸਰਵੈਂਟਸ ਨਾਲ ਗੱਲ ਕਰ ਰਹੇ ਹਾਂ ਕਿ ਜੇ ਇਹਦਾ ਜਿਹੜਾ ਪ੍ਰੋਟੈਕਸ਼ਨ ਹੈਗਾ ਕਿਰਪਾਨ ਦਾ, ਇਹਨੂੰ ਕਿੱਦਾਂ ਵਧਾਇਆ ਜਾਵੇ ਲੀਗਲ ਤੌਰ ਤੇ। ਸੋ ਜਿੱਥੇ ਸਾਨੂੰ ਦੱਸਦਾ ਕਿ ਸਿੱਖਾਂ ਦੀ ਆਈਡੈਂਟੀਟੀ ਤੇ ਜਾਂ ਸਿੱਖਾਂ ਦੇ ਜੋ ਸਾਡਾ ਪਹਿਰਾਵਾ ਹੈਗਾ ਆ ਇਹ 'ਤੇ ਕੋਈ ਖਤਰਾ ਆ, ਅਸੀਂ ਫਿਰ ਉਸੇ ਵੇਲੇ ਇਸ ਚੀਜ਼ 'ਤੇ ਅਲਰਟ ਹੋ ਕੇ ਅਸੀਂ ਗਵਰਨਮੈਂਟ ਦੇ ਨਾਲ ਪੋਲੀਟੀਕਲ ਪਾਰਟੀਜ਼ ਦੇ ਨਾਲ ਸਾਡਾ ਤਾਲਮੇਲ ਬਹੁਤ ਵਧੀਆ ਹੈਗਾ ਆ। ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਆ ਦੇਖੋ ਠੀਕ ਹੈ ਤੁਹਾਨੂੰ ਸਿਕਿਉਰਿਟੀ ਦੀ ਸਿਚੁਏਸ਼ਨ ਬਹੁਤ ਹਾਈ ਆ, ਪਰ ਜਿਹੜੀ ਕਿਰਪਾਨ ਹੈਗੀ ਆ ਇਹ ਸਾਡੀ ਇਹ ਕੋਈ ਹਥਿਆਰ ਨਹੀਂ, ਇਹ ਕਿਰਪਾਨ ਹੀ ਆ। ਸੋ ਇਹ ਇਸੇ ਤਰ੍ਹਾਂ ਅਸੀਂ ਪੋਲੀਟੀਕਲ ਪਾਰਟੀਜ਼ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਕਿ ਇਹਦੀ ਲੀਗਲ ਤੌਰ ਤੇ ਕਿੱਦਾਂ ਇਹਦੀ ਹੋਰ ਪ੍ਰੋਟੈਕਸ਼ਨ ਹੋ ਸਕਦੀ ਆ। ਠੀਕ ਹੈ ਭਾਈ ਸਾਹਿਬ ਜੀ, ਜਿਵੇਂ ਕਿ ਤੁਸੀਂ ਚੋਣ ਲੜ ਰਹੇ ਹੋ, ਅਗਰ ਤੁਸੀਂ ਕਾਮਯਾਬ ਹੋ ਜਾਂਦੇ ਹੋ ਇਹਦੇ ਵਿੱਚ, ਤੇ ਜਿਵੇਂ ਕਿ ਜਗਤਾਰ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਕੁਝ ਜਿਹੜੇ ਰਿਲੀਜੀਅਸ ਮਸਲੇ ਹੈਗੇ ਆ, ਜਿਵੇਂ ਕਿ ਕਾਰਾਂ ਦਾ ਉਹਨਾਂ ਦਾ ਮਸਲਾ ਜਾਂ ਕੋਈ ਪੋਲੀਟੀਕਲ ਹੈਗੇ ਆ ਜਾਂ ਕੋਈ ਸੋਸ਼ਲ ਜਿਹੜੇ ਹੈਗੇ ਆ, ਇਸ ਤਰ੍ਹਾਂ ਦੇ ਜਿਹੜੇ ਮਸਲੇ ਉਹ ਉੱਠਦੇ ਰਹਿਣਗੇ ਤੇ ਉਹਦੇ ਵਾਸਤੇ ਤੁਸੀਂ ਫਿਰ ਕੋਈ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰੋਗੇ? ਉਹ ਹੁਣ ਵੀ ਕਰਦੇ ਹਾਂ, ਠੀਕ ਹੈ, ਤਾਂ ਵੀ ਕਰਦੇ ਰਹਾਂਗੇ। ਇਹ ਆਪਾਂ ਹੈ ਨਾ ਦਾਸ ਦੀ ਜਿਹੜੀ ਸਿੱਖ ਕੌਂਸਲ UK ਦੇ ਵਿੱਚ ਇਨਵੋਲਵਮੈਂਟ ਸੀਗੀ ਪਿਛਲੇ 3 ਸਾਲਾਂ ਤੋਂ ਤਕਰੀਬਨ, ਦਾਸ ਦਾ ਨੈਸ਼ਨਲ ਸਪੋਕਸਪਰਸਨ ਵੀ ਸੀਗਾ ਤੇ ਹੈਡ ਪੋਲੀਟੀਕਲ ਇੰਗੇਜਮੈਂਟ ਸੀਗਾ, ਤੇ ਉਹਦੇ ਵਿੱਚ ਅਸੀਂ ਕਾਫੀ ਐਫਰਟ ਕੀਤਾ ਸੀਗਾ ਵੀ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਸਾਰੇ ਪਾਰਟੀਆਂ ਦੇ, ਉਹਨਾਂ ਨਾਲ ਕਾਫੀ ਅਸੀਂ ਵਧੀਆ ਤਾਲਮੇਲ ਰੱਖ ਕੇ ਰਿਲੇਸ਼ਨਸ਼ਿਪ ਵਧੀਆ ਬਣਾਏ ਆ। ਸੋ ਉਹਨਾਂ ਨੂੰ ਹੁਣ ਇਹ ਅੰਡਰਸਟੈਂਡਿੰਗ ਹੈਗੀ ਆ ਵੀ ਜਿਹੜੇ ਸਿੱਖਾਂ ਦੇ ਮਸਲੇ ਕਈ ਵਾਰੀ ਜਿਹੜੇ ਉੱਠ ਜਾਂਦੇ ਆ, ਉਹਨਾਂ ਨੂੰ ਅੰਡਰਸਟੈਂਡਿੰਗ ਹੈਗੀ ਵੀ ਕਿਹਦੇ ਕੋਲ ਜਾਣਾ ਸਿੱਖ ਕਮਿਊਨਿਟੀ ਦੇ ਵਿੱਚ ਇਨਫੋਰਮੇਸ਼ਨ ਲੈਣ ਨੂੰ। ਤੇ ਉਹਨਾਂ ਨੂੰ ਇਹ ਵੀ ਪਤਾ ਵੀ ਜਿਹੜੇ ਹੁਣ ਜਿੱਦਾਂ ਅੱਜ ਕੱਲ੍ਹ ਹੁਣ ਜਗਤਾਰ ਸਿੰਘ ਜੱਗੀ ਦਾ ਮਸਲਾ ਆਇਆ ਪੰਜਾਬ ਦੇ ਵਿੱਚ, ਜਾਂ ਆਹ ਜਿਹੜੇ ਮਸਲੇ ਹੈਗੇ ਇੱਦਾਂ ਦੇ, ਇਹਦੇ ਵਿੱਚ ਅਸੀਂ ਕਾਫੀ ਇੰਟੈਲੀਜੈਂਟ ਤੌਰ 'ਤੇ ਹੋ ਕੇ ਆਪਾਂ ਉਹਨਾਂ ਨੂੰ ਲੌਬੀ ਕਰ ਸਕਦੇ ਹਾਂ। ਜਿਹੜਾ ਪਿਛਲੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਿਆ ਸੀਗਾ ਲੋਹ ਟੋਪ ਬਾਰੇ, ਦਸਤਾਰ ਬਾਰੇ, ਉਹ ਹੁਣ ਕਈ ਸਾਲਾਂ ਬਾਅਦ ਉਹ ਮਸਲਾ ਹੁਣ ਚੱਕ ਹੋਇਆ ਸੀਗਾ, ਇਹ ਮਸਲਾ ਤੁਰਿਆ ਆ ਰਿਹਾ ਸੀ ਕਈ ਸਾਲਾਂ ਬਾਅਦ। ਸਿੱਖ ਕੌਂਸਲ ਨੇ ਉਹ ਜਦੋਂ ਦੇਖਿਆ ਵੀ ਐਕਚੁਅਲੀ ਇਹ ਸੀਰੀਅਸ ਮਸਲਾ ਆ, ਪੋਲੀਟੀਸ਼ੀਅਨ ਦੇ ਨਾਲ ਗੱਲ ਕੀਤੀ, ਪਰ ਜਿਹੜਾ ਉੱਥੇ ਪੋਲੀਟੀਕਲ ਪ੍ਰੋਸੈਸ ਜਿਹੜਾ ਹੈਗਾ ਆ ਉਹਦੇ ਥਰੂ ਪ੍ਰੋਪਰਲੀ ਇਹ ਕਰਕੇ ਤੇ ਉਹਦਾ ਰੈਜ਼ੋਲੂਸ਼ਨ ਲੱਭ ਗਿਆ। ਇੱਥੇ ਕਾਨੂੰਨ ਉਹਨਾਂ ਨੇ ਨਵਾਂ ਕਾਨੂੰਨ ਬਣਾਇਆ ਸਿੱਖਾਂ ਵਾਸਤੇ। ਉਹ ਤਾਂ ਹੋਇਆ ਕਿਉਂਕਿ ਆਪਣੀ ਰਿਲੇਸ਼ਨਸ਼ਿਪ ਵੀ ਵਧੀਆ ਸੀਗੇ ਪੋਲੀਟੀਸ਼ੀਅਨ ਦੇ ਨਾਲ। ਉਸ ਵੇਲੇ ਪੋਲ ਉੱਪਲ ਸੀਗਾ MP, ਉਹਨੇ ਕਾਫੀ ਮਦਦ ਕੀਤੀ ਤੇ ਐਕਚੁਅਲੀ ਜਿਹੜੀ ਚੀਜ਼ ਆਪਾਂ ਮੰਗ ਰਹੇ ਸੀਗੇ ਉਹ ਜਾਇਜ਼ ਸੀਗੀ ਤੇ ਉਹਨਾਂ ਨੇ ਅੰਡਰਸਟੈਂਡ ਕਰਕੇ ਤੇ ਆਪਾਂ ਜਿਹੜਾ ਪ੍ਰੋਪਰ ਪ੍ਰੋਸੈਸ ਸੀਗੇ ਉਹਦੇ ਥਰੂ ਕਰਕੇ ਉਹ ਆਪਾਂ ਨੂੰ ਤਾਂ ਮਿਲਿਆ। ਠੀਕ ਹੈ ਜੀ। ਜਗਤਾਰ ਸਿੰਘ ਜੀ, ਹੋਰ ਇਸ ਤੋਂ ਇਲਾਵਾ ਕੀ ਇਹਦੇ ਜਿਹੜੇ ਏਮ ਹੈਗੇ ਜਿਹੜੇ ਹੋਰ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਗੁਰਿੰਦਰ ਸਿੰਘ ਪਹਿਲਾਂ ਦੱਸਿਆ ਕਿ UK ਦੇ ਵਿੱਚ ਅਸੀਂ ਚਾਹੁੰਦੇ ਕਿ ਜਿਹੜੀ ਨੌਜਵਾਨ ਪਨੀਰੀ ਹੈਗੀ ਆ ਕਿ ਉਹ ਪੋਲੀਟੀਕਲੀ ਐਕਟਿਵ ਹੋਣੀ ਚਾਹੀਦੀ ਆ। ਤਾਂ ਸਾਨੂੰ ਖੁਸ਼ੀ ਵਾਲੀ ਗੱਲ ਇਹ ਆ ਕਿ ਅਸੀਂ ਪਿਛਲੇ ਕੁਝ ਸਾਲ 2 ਪ੍ਰੋਗਰਾਮ ਕੀਤੇ ਸੀ, ਇੱਕ ਲੇਬਰ ਪਾਰਟੀ ਦੇ ਨਾਲ ਤੇ ਇੱਕ ਕੰਸਰਵੇਟਿਵ ਪਾਰਟੀ ਨਾਲ, ਜਿੱਥੇ ਨਵੇਂ ਜਿਹੜੇ ਚਾਹਵਾਨ ਹੈਗੇ ਆ ਪੋਲੀਟੀਕਲ ਅਰੀਨੇ ਵਿੱਚ ਆਉਣ ਲਈ ਅਸੀਂ ਪ੍ਰੋਗਰਾਮ ਕੀਤੇ ਸੀ ਉਹਨਾਂ ਦੇ ਹੈੱਡ ਆਫਿਸ ਦੇ ਵਿੱਚ।
ਤਾਂ ਸਾਨੂੰ ਹੁਣ ਵੀ ਕਾਫੀ ਵਧੀਆ ਹੰਗਾਰਾ ਮਿਲ ਰਿਹਾ। ਅਸੀਂ ਇਸ ਸਾਲ ਵੀ 2018 ਵਿੱਚ ਵੀ ਕੋਸ਼ਿਸ਼ ਕਰਨੀ ਆ ਕਿ ਲੇਬਰ ਪਾਰਟੀ ਦੇ ਹੈੱਡ ਆਫਿਸ ਵੀ ਤੇ ਕੰਜ਼ਰਵੇਟਿਵ ਹੈੱਡ ਆਫਿਸ ਪਾਰਟੀ ਦੇ ਹੈੱਡ ਆਫਿਸ ਵੀ ਅਸੀਂ ਪ੍ਰੋਗਰਾਮ ਕਰਨੇ ਆ ਕਿ ਜਿੱਥੇ ਜਿਹੜੇ ਚਾਹਵਾਨ ਹੈਗੇ ਆ ਪੋਲੀਟੀਕਲ ਫੀਲਡ 'ਚ ਆਉਣ ਨੂੰ, ਅਸੀਂ ਉਹਨਾਂ ਨੂੰ ਹੋਰ ਮੋਟੀਵੇਟ ਕਰੀਏ। ਤੇ ਜਿਹੜੇ ਪੋਲੀਟੀਕਲ ਪਾਰਟੀਜ਼ ਹੈਗੇ ਆ ਉਹ ਜਿਹੜੇ ਚਾਹਵਾਨ ਹੈਗੇ ਸਮਝਾਉਣ ਕਿ ਹਾਂ ਤੁਸੀਂ ਕਿੱਦਾਂ ਸਾਡੀ ਪਾਰਟੀ ਦੇ ਵਿੱਚ ਪ੍ਰੋਸੈਸ ਥਰੂ ਤੁਸੀਂ ਅੱਗੇ ਆ ਸਕਦੇ ਜਿਹੜੇ ਨੌਜਵਾਨ ਜਿਵੇਂ ਤੁਸੀਂ ਲਿਆਉਣਾ ਚਾਹੁੰਦੇ ਜਾਂ ਨੌਜਵਾਨ ਆਉਣੇ ਚਾਹੁਣ, ਹਾਂਜੀ, ਤੇ ਉਹਨਾਂ ਨੂੰ ਕਿੱਦਾਂ ਆਪਾਂ ਇਨਸਪੀਰੇਸ਼ਨ ਜਿਹੜੀ ਉਹ ਕਿਵੇਂ ਦੇਵਾਂਗੇ, ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਉਹਨੂੰ ਆਪਾਂ ਲਿਆਈਏ ਵਿੱਚ? ਉਹਦਾ ਇੰਸਪੀਰੇਸ਼ਨ ਤਾਂ ਉਹਨਾਂ ਦੇ ਆਪ 'ਚ ਹੀ ਹੁੰਦੀ ਆ ਕਿ ਜਿਹੜਾ ਇੰਟਰਸਟ ਹੁੰਦਾ ਇਨ ਪੋਲੀਟਿਕਸ, ਉਹ ਆਪ ਹੀ ਮੋਰੇ ਆਇਆ ਨਾ ਕਿ ਮੈਂ ਆਮ ਇੰਟਰਸਟਡ ਇਨ ਪੋਲੀਟਿਕਸ। ਜਿਹੜਾ ਸਾਡਾ ਫਰਜ਼ ਬਣਦਾ ਆ ਕਿ ਜਿਹੜੇ ਚਾਹਵਾਨ ਹੈਗੇ ਆ ਉਹਨਾਂ ਨੂੰ ਗਾਈਡ ਕਿੱਦਾਂ ਵਧੀਆ ਤਰੀਕੇ ਨਾਲ ਕਰਨਾ। ਉਹਨਾਂ ਜਿਹੜੇ ਪੋਲੀਟੀਕਲ ਪਾਰਟੀਜ਼ ਦਾ ਪ੍ਰੋਸੈਸ ਹੈਗਾ ਸਿਲੈਕਸ਼ਨ ਵਾਸਤੇ, ਭਾਵੇਂ ਹੋਵੇ ਕਾਉਂਸਲਰ, ਭਾਵੇਂ ਹੋਵੇ MP, ਉਹਨਾਂ ਦੀ ਮਦਦ ਕਰੀਏ। ਮਦਦ ਕਿੱਦਾਂ ਕਰ ਸਕਦੇ? ਜਿੱਦਾਂ ਗੁਰਿੰਦਰ ਸਿੰਘ ਬਹੁਤ ਕਈ ਸਾਲਾਂ ਤੋਂ ਕਈਆਂ ਦੀ ਮਦਦ ਕੀਤੀ ਆ to come into this field, ਭਾਵੇਂ ਹੋਣ ਕਾਉਂਸਲਰ, ਭਾਵੇਂ ਹੋਣ for MP। ਤੇ ਇਹ ਅਸੀਂ ਚਾਹੁੰਦੇ, ਅਸੀਂ ਇਹ ਵੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਜਿਹੜੇ ਨੌਜਵਾਨ ਹੈਗੇ ਆ ਉਹ ਇਸ ਫੀਲਡ 'ਚ ਆਉਣਾ ਚਾਹੁੰਦੇ ਆ। ਦਿਲਚਸਪੀ ਉਹਨਾਂ ਦੇ ਆਪ ਹੀ ਹੋਣੀ ਮਨ ਦੇ ਵਿੱਚ, ਪਰ ਅਸੀਂ ਉਹਨਾਂ ਨੂੰ ਥੋੜ੍ਹਾ ਗਾਈਡ ਕਰ ਸਕਦੇ ਹਾਂ, ਥੋੜ੍ਹੀ ਸਪੋਰਟ ਦੇ ਸਕਦੇ ਹਾਂ। ਇਹ ਅਸੀਂ ਇੱਕ ਆਪਣਾ ਬਹੁਤ ਵੱਡਾ ਫਰਜ਼ ਸਮਝਦੇ ਹਾਂ। ਤਾਂ ਜਦੋਂ ਆਪਾਂ ਵੀ ਗਏ ਸੀ, ਤੁਹਾਨੂੰ ਯਾਦ ਹੋਣਾ ਕਿ ਵਿਸਾਖੀ ਦੇ ਪ੍ਰੋਗਰਾਮ 'ਤੇ ਤੁਸੀਂ ਵੀ ਦਾਸ ਦੇ ਨਾਲ ਸੀ ਜੀ। ਆਪਾਂ 10 ਡਾਊਨਿੰਗ ਸਟਰੀਟ ਪ੍ਰਧਾਨ ਮੰਤਰੀ ਦੇ ਘਰ ਵਿਸਾਖੀ ਮਨਾਈ ਸੀ ਜੀ। ਤਾਂ ਉੱਥੇ ਵੀ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਣਾ ਕਿ ਨੌਜਵਾਨ ਉਦੋਂ ਕਾਫੀ ਸੀ ਉਸ ਵਿਸਾਖੀ ਪ੍ਰੋਗਰਾਮ 'ਤੇ ਆਏ। ਤਾਂ ਜਦੋਂ ਇੱਦਾਂ ਦੇ ਪ੍ਰੋਗਰਾਮ 'ਤੇ ਜਾਂਦੇ ਆ ਜਾਂ ਇੱਦਾਂ ਦੀ ਜਗ੍ਹਾ 'ਤੇ ਜਾਂਦੇ ਆ, ਉਹਨਾਂ ਨੂੰ ਹੋਰ ਮਨ 'ਚ ਚਾਅ ਹੁੰਦਾ ਕਿ ਅਸੀਂ ਇਸੇ ਜਿਹੜੇ ਇੱਥੇ ਦੀ ਪਾਰਲੀਮੈਂਟਰੀ ਪ੍ਰੋਸੈਸ ਹੈਗਾ ਆ, ਜਾਂ ਇੱਥੇ ਕਿਹਾ ਜਾਂਦਾ ਦਿਸ ਇਜ਼ ਦ ਮਦਰ ਆਫ ਪਾਰਲੀਮੈਂਟਸ, ਹੈ ਨਾ, ਕਿ ਅਸੀਂ ਆਪਣਾ ਯੋਗਦਾਨ ਪਾਈਏ। ਇੱਥੇ ਮੈਂ ਇੱਕ ਤੁਹਾਨੂੰ ਗੱਲ ਹੋਰ ਨਾਲ ਤੇ ਜੋੜਨੀ ਚਾਹਾਂਗਾ ਕਿ ਤੁਹਾਨੂੰ ਯਾਦ ਹੋਣਾ ਕਿ ਉਦੋਂ ਉਸ ਸਮੇਂ ਜਦੋਂ ਮੈਂ ਪ੍ਰਾਈਮ ਮਿਨਿਸਟਰ ਦੇ ਘਰ ਗਏ ਆ ਵਿਸਾਖੀ ਮਨਾਉਣ ਵਾਸਤੇ, ਤੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਉੱਥੇ ਜਾ ਕੇ ਅਰਦਾਸ ਹੋਈ ਆ। ਹਾਂਜੀ ਗਿਆਨੀ ਜੀ, ਅਰਦਾਸ ਵੀ ਤੁਸੀਂ ਕੀਤੀ ਸੀ। ਸੋ ਇਹ ਵੀ ਆਪਾਂ ਕਈ ਵਾਰੀ ਕੈਨੇਡਾ ਦੀ ਮਿਸਾਲ ਦਿੰਦੇ ਹੁੰਦੇ ਕਿ ਉੱਥੇ ਪੋਲੀਟੀਕਲੀ ਉਹ ਬਹੁਤ ਸਕਸੈਸਫੁਲ ਠੀਕ ਵੀ ਆ, ਪਰ ਇੱਥੇ ਵੀ ਆਪਾਂ ਪੋਲੀਟੀਕਲੀ ਸਕਸੈਸਫੁਲ ਹੋਏ ਆ ਕਿ ਤੁਸੀਂ ਜਦੋਂ ਉੱਥੇ ਪਹੁੰਚੇ ਸੀ, ਤੁਸੀਂ ਆਪ ਹੀ ਉੱਥੇ ਜਦੋਂ ਉੱਥੇ ਕੀਰਤਨ ਤੋਂ ਬਾਅਦ ਇਨਸਾਈਡ 10 ਡਾਊਨਿੰਗ ਸਟਰੀਟ ਤੁਸੀਂ ਅਰਦਾਸ ਕੀਤੀ ਸੀ। ਮੈਨੂੰ ਲੱਗਦਾ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਹੈ ਕਿ ਪਹਿਲੀ ਵਾਰੀ ਹੋਇਆ ਕਿ ਸਿੱਖ ਜਾ ਕੇ ਉੱਥੇ ਕੀਰਤਨ ਵੀ ਹੋਇਆ, ਤੇ ਕੀਰਤਨ ਤੋਂ ਬਾਅਦ ਤਾਂ ਵਿਸਾਖੀ ਦੀ ਚੜ੍ਹਦੀ ਕਲਾ, ਸਿੱਖਾਂ ਦੀ ਚੜ੍ਹਦੀ ਕਲਾ ਵਿੱਚ ਉੱਥੇ ਪ੍ਰਧਾਨ ਮੰਤਰੀ ਦਾ ਅਰਦਾਸ ਵੀ ਹੋਈ ਸੀ। ਸੋ ਇਸੇ ਤਰ੍ਹਾਂ ਅਸੀਂ ਜਦੋਂ ਹੁਣ ਤੁਸੀਂ ਲਾ ਲਓ ਡੇਵਿਡ ਕੈਮਰਨ ਦੀ ਗੱਲ ਲਾ ਲਓ ਕਿ ਉਹ ਕਾਫੀ ਇੰਸਪਾਇਰ ਹੋਏ ਸੀ ਸਿੱਖਾਂ ਦੀ ਪ੍ਰਿੰਸੀਪਲਸ ਤੇ। ਬਿਲਕੁਲ ਠੀਕ ਹੈ। ਦਰਬਾਰ ਸਾਹਿਬ ਵੀ ਗਏ ਸੀ ਜਦੋਂ 2015 ਦਾ ਇਲੈਕਸ਼ਨ ਵੀ ਲੜੀ ਸੀ, ਤੁਹਾਨੂੰ ਯਾਦ ਹੋਣਾ ਕਿ ਨਗਰ ਕੀਰਤਨ ਗ੍ਰੇਵਸੈਂਡ ਸੀ, ਉੱਥੇ ਵੀ ਉਹਨੇ ਯੋਗਦਾਨ ਪਾਇਆ ਸੀਗਾ। ਸੋ ਹੁਣ ਆਪਣੇ ਯਾਦ ਹੈ ਜਗਦਾਰ ਸਿੰਘ ਆਪਣੇ ਡੇਵਿਡ ਕੈਮਰਨ ਜੀ ਲਿਮਿੰਟਨ ਗੁਰਦੁਆਰੇ ਵੀ, ਹਾਂਜੀ ਲਿਮਿੰਟਨ ਗੁਰੂ ਘਰ ਵੀ ਆਏ ਸੀ। ਹਾਂ, ਸੋ ਇਹੀ ਆਪਣਾ ਫਰਜ਼ ਹੈ ਕਿ ਅਸੀਂ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਦੱਸੀਏ ਕਿ ਜਿਹੜੇ ਸਾਡੇ ਸਿੱਖਾਂ ਦੇ ਪ੍ਰਿੰਸੀਪਲਸ ਹੈਗੇ ਆ ਉਹ ਇੰਨੇ ਉੱਚੇ ਤੋਂ ਸੁੱਚੇ ਹੈਗੇ ਆ ਕਿ ਠੀਕ ਹੈ ਤੁਸੀਂ ਤੁਹਾਡੇ ਪ੍ਰਿੰਸੀਪਲਸ ਹੈਗੇ ਆ, ਪਰ ਸਾਡੇ ਪ੍ਰਿੰਸੀਪਲਸ ਉਸੇ ਲੈਵਲ ਤੋਂ ਜ਼ਿਆਦਾ ਵਧੀਆ ਹੋ ਸਕਦੇ ਆ। ਇਸੇ ਕਰਕੇ ਹੁਣ ਜਿਹੜੇ ਪੋਲੀਟੀਕਲੀ ਆਪਾਂ ਦੇਖੀਏ ਨਾ ਕਿ ਪੋਲੀਟੀਕਲ ਪਾਰਟੀਜ਼ ਸਿੱਖਾਂ ਦਾ ਲਾਗੇ ਹੋਣਾ ਚਾਹੁੰਦੀਆਂ ਆ। ਸੋ ਆਪਣਾ ਫਰਜ਼ ਬਣਦਾ ਆ ਕਿ ਆਪਣੇ ਜਿਹੜਾ ਸਹੀ ਰਸਤਾ ਆ ਆਪਾਂ ਉਹ ਲਈਏ। ਤਾਂ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਸਿਰਫ ਉਹ ਵੋਟ ਲੈਣ ਨਾ ਆਉਣ, ਉਹ ਸਾਡੇ ਇਸ਼ੂ ਸਮਝਣ, ਉਹ ਸਾਡੇ ਪ੍ਰਿੰਸੀਪਲ ਸਮਝਣ। ਤਾਂ ਜਦੋਂ ਗਾਂ ਕੋਈ ਸਿੱਖਾਂ ਦਾ ਮਸਲਾ ਬਣਦਾ ਆ, ਜਿੱਦਾਂ ਡੇਵਿਡ ਕੈਮਰਨ ਸੀ, ਉਹਨੂੰ ਫਿਰ ਵੀ ਪੋਲ ਉਪਲ ਸੀ ਨਾਲ ਉਹਨੂੰ ਸਮਝ ਆ ਗਈ ਸੀ ਕਿ ਆਹ ਸਿੱਖਾਂ ਵਾਸਤੇ ਇੱਕ ਸੀਰੀਅਸ ਇਸ਼ੂ ਹੈਗਾ ਆ। ਜਦੋਂ 1984 ਦੇ ਡਿਸਕਲੋਜ਼ਰਸ ਦੀ ਗੱਲ ਆਈ ਸੀ, ਉਦੋਂ ਵੀ ਉਹਨੇ ਇੱਕਦਮ ਫੈਸਲਾ ਲੈ ਲਿਆ ਸੀ। ਠੀਕ ਹੈ ਕਿ ਆਪਾਂ ਸੋਚਦੇ ਹਾਂ ਕਿ ਉਹ ਰਿਪੋਰਟ ਵਧੀਆ ਹੋ ਸਕਦੀ ਸੀ, ਪਰ ਫਿਰ ਵੀ ਹੁਣ ਆਪਣੇ ਤੌਰ 'ਤੇ ਤਾਂ ਇੱਕ ਰਿਪੋਰਟ ਉਹਨ ਇਸ਼ੂ ਕਰਕੇ ਤਾਂ ਸਾਨੂੰ ਦੱਸ ਦਿੱਤਾ ਸੀ ਕਿ ਹਾਂ 84 ਦੇ ਵਿੱਚ ਉਸ ਮਾਰਗਰਟ ਥੈਚਰ ਦੀ ਰੋਲ, ਕੰਜ਼ਰਵੇਟਿਵ ਪਾਰਟੀ ਦਾ ਰੋਲ ਹੈਗਾ ਸੀ। ਆਪਾਂ ਹੁਣ ਅਜੇ ਵੀ ਕਹਿੰਦੇ ਕਿ ਸਾਨੂੰ ਉਸ ਚੀਜ਼ ਦਾ ਫੁੱਲ ਡਿਸਕਲੋਜ਼ਰ ਚਾਹੀਦਾ। ਅਜੇ ਹੋਰ ਫੈਕਟਸ ਹੈਗੇ ਸਾਨੂੰ ਨਹੀਂ ਮਿਲੇ, ਪਰ ਫਿਰ ਵੀ ਹੁਣ ਆਪਣੇ ਤੌਰ 'ਤੇ ਇੱਕ ਰਿਪੋਰਟ ਹੁਣ ਕਮਿਸ਼ਨ ਕਰਕੇ ਤਾਂ ਉਹਦੇ ਫਾਈਂਡਿੰਗ ਸਾਡੇ ਕੋਲ ਆ ਗਿਆ ਸੀ। ਸਰਦਾਰ ਗੁਰਿੰਦਰ ਸਿੰਘ ਜੀ, ਮੈਂ ਇੱਕ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ, ਕਈ ਵਾਰੀ ਕਿ ਪੋਜ਼ੀਟਿਵ ਵੀ ਉਹਦੇ ਹੁੰਦੇ ਨੇ ਪੁਆਇੰਟ ਤੇ ਨੈਗੇਟਿਵ ਵੀ ਹੁੰਦੇ ਨੇ। ਜਿਵੇਂ ਕਿ ਆਪਾਂ ਗੱਲ ਕਰੀਏ ਕਿ ਜੇ ਕੋਈ ਸਿੱਖ ਅੱਗੇ ਜਾਂਦਾ, ਚਾਹੇ ਕਿਸੇ ਪਾਰਟੀ ਵੱਲੋਂ ਵੀ ਜਾਂਦਾ, ਉਹ ਕਿਸੇ ਵੱਲੋਂ ਵੀ ਜਾਂਦਾ, ਤੇ ਕਈ ਵਾਰੀ ਐਸਾ ਹੁੰਦਾ ਕਿ ਉਹਦੀਆਂ ਆਪਾਂ ਉਹਨੂੰ ਪਿੱਛੇ ਨੂੰ ਖਿੱਚਣ ਵਾਸਤੇ ਜਾਂ ਲੱਤਾਂ ਖਿੱਚਣ ਵਾਸਤੇ ਵੀ ਤਿਆਰ ਹੋ ਜਾਂਦੇ ਹਾਂ। ਕੋਈ ਇੱਦਾਂ ਦਾ ਤਾਂ ਨਹੀਂ ਗੱਲ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਵਾਸਤੇ ਚਲੋ ਇਹ ਹੁੰਦਾ ਵੀ ਆ। ਇੱਕ ਤਾਂ ਹੈਗਾ ਵੀ ਜਿਹੜਾ ਹੁਣ 10 ਲੇਬਰ ਪਾਰਟੀ ਵੱਲੋਂ ਆ,
ਜੇ ਹੁਣ ਇਲੈਕਸ਼ਨ ਕਿਤੇ ਖੜਾ ਆ ਤੇ ਆਪੋਜੀਸ਼ਨ ਤੇ ਸਿੱਖ ਕੰਸਰਵੇਟਿਵ ਪਾਰਟੀ ਵੱਲੋਂ ਖੜਾ ਆ ਤਾਂ ਉਹ ਤਾਂ ਓਬਵੀਅਸਲੀ ਉਹ ਤਾਂ ਕੰਪੀਟੀਸ਼ਨ ਹੋ ਗਿਆ ਕੰਪੀਟੀਸ਼ਨ ਹੋਣਾ ਹੀ ਆ ਹਨਾ। ਪਰ ਐਕਚੁਅਲੀ ਉਹ ਕੰਪੀਟੀਸ਼ਨ ਜਾਇਜ਼ ਆ ਹਨਾ ਵੀ ਉਹ ਤੁਸੀਂ ਜਿਹੜੇ ਪਾਲਿਸੀ ਦੇ ਹਿਸਾਬ ਨਾਲ ਤੁਸੀਂ ਕੰਪੀਟੀਸ਼ਨ ਕਰੋ, ਤੁਸੀਂ ਡਿਬੇਟ ਕਰੋ ਪਾਲਿਸੀ ਦੇ ਹਿਸਾਬ ਨਾਲ ਤੇ ਉਹ ਠੀਕ ਆ ਹਨਾ। ਸਾਡਾ ਜਿਹੜਾ ਸਿੱਖ ਕਾਉਂਸਲ ਵਿੱਚ ਇਹੀ ਅੱਜ ਤੱਕ ਇਹੀ ਸਾਡਾ ਅਪਰੋਚ ਰਹੀ ਆ ਵੀ ਜਿਹੜਾ ਵੀ ਸਿੱਖ ਆਉਂਦਾ ਆ ਕਿਸੇ ਵੀ ਪਾਰਟੀ ਦੇ ਵਿੱਚ, ਜੇ ਸਿੱਖ ਕਾਉਂਸਲ ਉਹਨਾਂ ਦੀ ਸਪੋਰਟ ਕਰ ਸਕਦੀ ਆ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ। ਠੀਕ ਹੈ। ਉਹਦੇ ਵਿੱਚ ਸਾਨੂੰ ਇਹ ਆ ਵੀ ਜਿਹੜੀ ਵੀ ਪਾਰਟੀ ਹੈਗੀ ਆ, ਹੁਣ ਜਦੋਂ ਇੱਦਾਂ ਦਾ ਕੋਈ ਮਸਲਾ ਉੱਠਦਾ ਆ ਜਗਤਾਰ ਸਿੰਘ ਜੱਗੀ ਵਾਲਾ, ਹੁਣ ਆਪਾਂ ਸਾਰੇ ਐਮਪੀਆਂ ਨੂੰ ਜਿੰਨੇ ਵੀ ਐਮਪੀ ਆ ਸਾਰੀ ਕਮਿਊਨਿਟੀ ਨੇ ਸਾਰਿਆਂ ਨੂੰ ਅਪਰੋਚ ਕੀਤਾ ਆ ਤੇ ਗਵਰਨਮੈਂਟ ਹੈਗੀ ਆ ਕੰਸਰਵੇਟਿਵ ਦੀ, ਸੋ ਆਪਾਂ ਨੂੰ ਉਹਨਾਂ ਦੀ ਵੀ ਸਪੋਰਟ ਚਾਹੀਦੀ ਆ, ਆਪਾਂ ਨੂੰ ਜਿਹੜੇ ਆਪੋਜੀਸ਼ਨ ਐਮਪੀ ਉਹਨਾਂ ਦੀ ਵੀ ਸਪੋਰਟ ਚਾਹੀਦੀ ਆ। ਐਂਡ ਦੇ ਡੇ ਜਿਹੜੇ ਸਾਡੇ ਮਸਲੇ ਆਉਂਦੇ ਆ ਜੇ ਆਪਾਂ ਇੱਥੇ ਪਾਰਲੀਮੈਂਟ ਥਰੂ ਆਪਾਂ ਹੱਲ ਕਰਾਉਣੇ ਆ, ਇਹ ਆਪਾਂ ਨੂੰ ਸਾਰਿਆਂ ਦੀ ਉੱਥੇ ਲੋੜ ਚਾਹੀਦੀ ਆ। ਬਿਲਕੁਲ। ਇਹਦੇ ਵਿੱਚ ਆਪਾਂ ਨੂੰ ਹੁੰਦਾ ਵੀ ਜਿਹੜੇ ਆਪਣੇ ਸਿੱਖ ਆਉਂਦੇ ਆ, ਸਾਡੀ ਤੇ ਅਪਰੋਚ ਇਹੀ ਹੁੰਦੀ, ਅਸੀਂ ਇਹੀ ਸਾਰਿਆਂ ਨੂੰ ਸਮਝਾਉਂਦੇ ਹੁੰਦੇ ਵੀ ਜਿਹੜਾ ਤੁਹਾਡਾ ਪਾਰਟੀ ਦਾ ਮਸਲਾ ਹੈਗਾ ਆ ਉਹ ਤੇ ਤੁਸੀਂ ਪੂਰਾ ਪੈਰਾ ਦਿਓ, ਉਹ ਤੇ ਤੁਸੀਂ ਜੋੜ ਨਾਲ ਖੜੇ ਹੋ, ਪਰ ਜਦੋਂ ਸਿੱਖੀ ਦਾ ਕੋਈ ਮਸਲਾ ਆਉਂਦਾ ਹੈ ਉਹ ਤੁਸੀਂ ਆਪਸ ਵਿੱਚ ਕੰਪੀਟੀਸ਼ਨ ਨਾ ਕਰੋ, ਤੁਸੀਂ ਰਲ ਕੇ ਚੱਲੋ ਉਹਨਾਂ ਮਸਲਿਆਂ ਤੇ ਆਪਾਂ ਜਿਹੜੇ ਦੂਜੀਆਂ ਕਮਿਊਨਿਟੀਆਂ ਵੱਲ ਦੇਖਦੇ ਉਹ ਜਿੱਥੇ ਸਕਸੈਸਫੁਲ ਹੋਏ ਉਹ ਵੀ ਇਸ ਅਪਰੋਚ ਨਾਲ ਹੀ ਸਕਸੈਸਫੁਲ ਹੋਏ ਆ। ਹਾਂਜੀ ਜਗਤਾਰ ਸਿੰਘ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ, ਜਿੱਦਾਂ ਦੂਸਰੀ ਕਮਿਊਨਿਟੀ ਬਾਰੇ ਗੱਲ ਕੀਤੀ ਆ, ਜਿਹੜੀ ਜੂਇਸ਼ ਕਮਿਊਨਿਟੀ ਆ ਉਹਦੇ ਨੰਬਰਸ ਆਪਣੇ ਨੂੰ ਅੱਧੇ ਆ, ਪਰ ਜੇ ਦੇਖਿਆ ਜਾਵੇ ਪੋਲੀਟੀਕਲੀ ਦੇ ਬੀਨ ਵੈਰੀ ਸਕਸੈਸਫੁਲ। ਸੋ ਸਾਨੂੰ ਥੋੜ੍ਹੀ ਜਿਹੀ ਲੀਡ ਉੱਥੋਂ ਲੈਣੀ ਚਾਹੀਦੀ ਹੈ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਹੁਣ ਆਪਣੇ ਕੋਲ 2 MP ਆ ਕਿ ਜਿੰਨੀ ਆਪਣੀ ਪੋਪੂਲੇਸ਼ਨ ਹੈਗੀ ਯੂਕੇ ਦੇ ਵਿੱਚ, ਉਹਦੇ ਜੇ ਦੇਖੀਏ ਨਾ ਪ੍ਰੋ ਰਾਟਰ ਆਪਣੇ 4 ਜਾਂ 5 ਹੋਣੇ ਚਾਹੀਦੇ ਇੱਥੇ। ਸੋ ਜਿਹੜੀ ਜੂਇਸ਼ ਕਮਿਊਨਿਟੀ ਹੈਗੀ ਆ ਉਹਨਾਂ ਦੇ ਨੰਬਰ ਸਾਡੇ ਨੂੰ ਅੱਧੇ ਆ, ਤੇ MPs ਉਹਨਾਂ ਦਾ ਮੈਨੂੰ ਲੱਗਦਾ ਦਰਜਨ ਤੋਂ ਉੱਪਰ ਆ, ਸੋ ਮੈਨੂੰ ਲੱਗਦਾ 15-20 ਦੇ ਵਿੱਚ ਹੋ ਸਕਦੇ ਆ। ਸੋ ਵੀ ਹੈਵ ਅ ਲੌਂਗ ਵੇ ਟੂ ਗੋ, ਪਰ ਇੰਨਾ ਅਸੀਂ ਦਾਸ ਨੂੰ ਇੰਨਾ ਚਾਹ ਹੈਗਾ ਕਿ ਸਾਡੇ ਜਿਹੜੇ ਨੌਜਵਾਨ ਹੈਗੇ ਆ ਜਾਂ ਸਾਡੇ ਵੀਰ ਹੈਗੇ ਆ ਜਿਹੜੇ ਪੋਲੀਟੀਕਲੀ ਐਕਟਿਵ ਆ, ਉਹਨਾਂ ਲਈ ਹੁਣ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਆ ਕਿ ਹੁਣ ਅੱਗੇ ਜਾਣ ਲਈ। ਕਰਕੇ ਅੱਗੇ ਹੁੰਦਾ ਸੀ ਕਿ ਇੰਡੀਵਿਜੂਅਲਸ ਕਈ ਵਾਰੀ ਇਕੱਲੇ ਫੀਲ ਕਰਦੇ ਸੀ ਕਿ ਮੈਂ ਇਕੱਲਾ ਹੀ ਫਾਈਟ ਕਰ ਰਿਹਾ, ਹੁਣ ਇੰਨਾ ਪਤਾ ਕਿ ਸੰਸਥਾਵਾਂ ਹੈਗੀਆਂ ਆ, ਬਾਕੀ ਹੋਰ ਸਾਥੀ ਹੈਗੇ ਜਿਹਨਾਂ ਨਾਲ ਸਪੋਰਟ ਕਰ ਸਕਦੇ ਆ। ਸੋ ਅਸੀਂ ਦਾਸ ਮੁੜ ਕੇ ਉਸੇ ਗੱਲ 'ਤੇ ਆਉਂਦਾ ਕਿ ਜਿਹੜੀ ਇਹ ਡੈਡਲਾਈਨ ਹੈਗੀ ਅਗਲੇ ਫਰਾਈਡੇ ਦੀ, ਜਿਹੜੇ ਲੇਬਰ ਪਾਰਟੀ ਦੇ ਮੈਂਬਰ ਹੈਗੇ ਜਿਨ੍ਹਾਂ ਨੂੰ ਉਹ ਬੈਲਟ ਪੇਪਰ ਆਇਆ ਜਾਂ ਬਾਈ ਪੋਸਟ ਜਾਂ ਬਾਈ ਈਮੇਲ, ਤਾਂ ਤੁਸੀਂ ਗੁਰਿੰਦਰ ਸਿੰਘ ਜੋਸ਼ਨ ਦੇ ਨਾਂ 'ਤੇ ਇੱਕ ਟਿਕ ਮਾਰ ਕੇ ਤੁਸੀਂ ਜ਼ਰੂਰ ਵਾਪਸ ਭੇਜੋ। ਕਰਕੇ ਜੇ ਆਪਾਂ ਉਸ ਜਗ੍ਹਾ 'ਤੇ ਹੋਣਦੇ ਤਾਂ ਹੀ ਆਪਾਂ ਕੋਈ ਵਧੀਆ ਯੋਗਦਾਨ ਪਾ ਸਕਦੇ ਹਾਂ, ਤਾਂ ਹੀ ਆਪਾਂ ਜੋ ਸਿੱਖਾਂ ਦੇ ਇਸ਼ੂਜ਼ ਹੈਗੇ ਆ ਹੋਰ ਵਧੀਆ ਰੈਪਰੈਜ਼ੈਂਟ ਕਰ ਸਕਦੇ ਹਾਂ। ਗੁਰਿੰਦਰ ਸਿੰਘ ਨੇ ਜਿਸ ਤਰ੍ਹਾਂ ਦਾਸ ਨੇ ਕਾਫੀ ਕਈ ਸਾਲ ਹੋ ਗਏ ਇਹਦੇ ਨਾਲ ਸਿੱਖ ਕੌਂਸਲ ਵਿੱਚ ਸੇਵਾ ਕਰਦੇ ਹਾਂ, so then he would be an excellent candidate for the Sikh community। ਨਾਲੇ ਉਸ ਉਚਲੀ ਕਤਾਰ ਦੇ ਵਿੱਚ ਜਿੱਥੇ ਫੈਸਲੇ ਲਏ ਜਾਂਦੇ ਆ, ਇੱਕ ਤਾਂ MP ਹੁੰਦਾ ਕਿ ਠੀਕ ਹੈ ਉਹ ਪਾਰਲੀਮੈਂਟ ਨੂੰ ਸਿੱਖਾਂ ਨੂੰ ਰੈਪਰੈਜ਼ੈਂਟ ਕਰਦਾ, ਇੱਕ ਹੁੰਦਾ ਕਿ ਇੱਕ ਵੱਡੀ ਪਾਰਟੀ ਤੇ ਜਿਹੜੇ ਅਹੁਦੇਦਾਰ ਆ ਉਪਰਲੀ ਕਤਾਰ ਵਿੱਚ, ਉਪਰਲੀ ਜਿਹੜੀ ਕਮੇਟੀ ਜਿਹੜੇ ਫੈਸਲੇ ਲੈਂਦੀ ਆ ਉਹਦੇ ਵਿੱਚ ਬਹਿ ਕੇ ਟੇਬਲ ਤੇ ਇੱਕ ਦਸਤਾਰ ਵਾਲਾ ਗੁਰਸਿੱਖ ਹੋਵੇ ਉੱਥੇ, ਤਾਂ ਉਹ ਵੀ ਆਪਾਂ ਨੂੰ ਉਸ ਚੀਜ਼ ਦੀ ਵੀ ਆਪਣਾ ਪੂਰਾ ਮਾਣ ਹੋਣਾ। ਮਤਲਬ ਉਹਦੇ ਵਿੱਚ ਇਹ ਹੁੰਦਾ ਕਿ ਕੋਈ ਨਾ ਕੋਈ ਸਾਡੀ ਜਿਹੜੀ ਆਵਾਜ਼ ਆ ਉੱਥੇ ਕੋਈ ਨਾ ਕੋਈ ਉਠਾ ਸਕਦਾ ਹੈ। ਹਾਂਜੀ, ਉਹਦਾ ਫਾਇਦਾ ਆਪਾਂ ਨੂੰ ਇਹ ਹੈ ਕਿ ਜਿੰਨੇ ਕਮਿਊਨਿਟੀ ਦੇ ਵਿੱਚੋਂ ਆਪਾਂ ਉੱਥੇ ਮੈਂਬਰ ਜਿਹੜੇ ਭੇਜਾਂਗੇ, ਚਲੋ MP ਭੇਜਾਂਗੇ ਜਾਂ ਮੈਂਬਰ ਭੇਜਾਂਗੇ ਜਾਂ ਆਪਾਂ MLA ਹੋਣ, ਉਹਦਾ ਫਾਇਦਾ ਜਿਵੇਂ ਹੁਣ ਆਪਾਂ ਕੈਨੇਡਾ ਦਾ ਵੇਖੀਏ ਤੇ ਉੱਥੇ ਕਾਫੀ ਆਪਣੇ ਮੁੰਡੇ ਜਿਹੜੇ ਆ ਨੌਜਵਾਨ ਵੀ ਜਿਹੜੇ ਨਾ ਉਹ ਕਾਫੀ MP ਵੀ ਹੈਗੇ ਆ ਤੇ ਮਿਨਿਸਟਰ ਵੀ ਆ, ਜਿੱਦਾਂ ਤੁਸੀਂ ਦੇਖਿਆ ਵਾ। ਤੇ ਉਹਦੇ ਵਿੱਚ ਤੁਸੀਂ ਭਾਈ ਸਾਹਿਬ ਇਹਦੇ ਬਾਰੇ ਹੋਰ ਕੀ ਕਹਿਣਾ ਚਾਹੋਗੇ ਗੁਰਿੰਦਰ ਸਿੰਘ ਜੀ? ਮੇਨ ਤਾਂ ਇਹੀ ਆ ਵੀ ਉੱਥੇ ਹੁਣ ਆਪਾਂ ਕੈਨੇਡਾ ਦੀ ਗੱਲ ਕਰੀਏ ਨਾ, ਉੱਥੇ ਆਪਾਂ ਨੂੰ ਪਤਾ MP ਮਿਨਿਸਟਰ ਵੀ ਹੈਗੇ ਆ, ਬਹੁਤ ਸੀਨੀਅਰ ਲੈਵਲ 'ਤੇ ਚਲੇ ਗਏ ਹਨ। ਉਹਦੇ ਬਰਾਬਰ ਤੇ ਜਿਹੜਾ ਹੁਣ UK ਦੇ ਵਿੱਚ ਜਿਹੜੇ ਹਿਸਾਬ ਨਾਲ ਕਮਿਊਨਿਟੀ ਨੇ ਤਰੱਕੀ ਕੀਤੀ ਹੈ, ਇੱਥੇ ਠੀਕ ਹੈ ਆਪਣੇ ਉਨੇ ਨੰਬਰ 'ਤੇ MP ਮਿਨਿਸਟਰ ਨਹੀਂ ਹੈਗੇ, ਪਰ ਜਿਹੜਾ ਕਾਨੂੰਨ ਹੈ UK ਦੇ ਵਿੱਚ ਇਹ ਸਾਰੇ ਦੁਨੀਆ 'ਚ ਮੰਨਿਆ, ਅਸੀਂ ਮੰਨਦੇ ਵੀ ਇੱਥੇ ਬੈਸਟ ਆ ਸਿੱਖਾਂ ਵਾਸਤੇ। ਜਿਹੜਾ ਕੋਈ ਦਸਤਾਰਧਾਰੀ ਅੰਮ੍ਰਿਤਧਾਰੀ ਸਿੱਖ ਆ, ਗੁਰਸਿੱਖ ਆ, ਕਿਰਪਾਨ ਪਾਉਣ ਲਈ, ਕੜਾ ਪਾਉਣ ਲਈ, ਦਸਤਾਰ ਪਹਿਨਣ ਲਈ, ਇੱਥੇ UK ਦੇ ਵਿੱਚ ਸਭ ਤੋਂ ਵਧੀਆ ਕਾਨੂੰਨ ਆ। ਐਂਡ ਦੇ ਤੇ ਗੱਲ ਇਹ ਆ ਜਾਂਦੀ ਹੈ ਨਾ ਵੀ ਆਪਣੇ ਬੰਦੇ ਵੀ ਉੱਥੇ ਚਾਹੀਦੇ ਆ, ਪਰ ਆਪਣੀ ਇਨਫਲੂਐਂਸ ਵੀ ਚਾਹੀਦੀ ਆ। ਦੂਜੀ ਗੱਲ ਜਿਹੜੀ ਆਪਾਂ ਕਰਦੇ ਸੀ ਪਹਿਲਾਂ ਵੀ ਜਿਹੜੇ ਆਉਂਦੇ ਆ ਨੌਜਵਾਨ ਕਾਹਨੂੰ ਆਉਂਦੇ ਆ, ਅਸੀਂ ਸਿੱਖ ਕੌਂਸਲ ਵੱਲੋਂ ਇਹ ਰੋਲ ਆਪਣਾ ਸਮਝਿਆ ਵੀ ਅਸੀਂ ਜਿੱਥੇ ਵੀ ਉਹਨਾਂ ਦੀ ਸਪੋਰਟ ਕਰ ਸਕਦੇ ਹਾਂ
ਕਿਉਂਕਿ ਐਂਡ ਦੇ ਡੇ ਮੇਰੀ ਜਿਹੜੀ ਐਕਸਪੀਰੀਅੰਸ ਇਹ ਆ ਵੀ ਠੀਕ ਹੈ, ਤੁਹਾਨੂੰ ਆਪਦੀ ਖੁਆਇਸ਼ ਹੋਣੀ ਚਾਹੀਦੀ ਹੈ, ਤੁਹਾਡੀ ਆਪਦੀ ਫੈਸ਼ਨ ਹੋਣੀ ਚਾਹੀਦੀ ਪੋਲੀਟਿਕਸ ਵਾਸਤੇ, ਤੁਸੀਂ ਆਪ ਥੋੜ੍ਹਾ ਕਦਮ ਚੱਕੋ, ਪਰ ਫਿਰ ਤੁਹਾਨੂੰ ਗਾਈਡੈਂਸ ਦੀ ਲੋੜ ਆ। ਕਿਉਂਕਿ ਇਹ ਜਿਹੜੇ ਪੋਲੀਟੀਕਲ ਪਾਰਟੀਜ਼ ਆ ਇਹਨਾਂ ਦੇ ਵਿੱਚ ਕਾਫੀ ਵਾਰੀ ਹੁੰਦਾ ਵੀ ਜਦੋਂ ਕੋਈ ਇੱਦਾਂ ਦੇ ਅਹੁਦੇ ਦਿੱਤੇ ਜਾਂਦੇ ਆ, ਜਾਂ ਵੀ ਤੁਹਾਨੂੰ ਕੌਣ ਜਾਣਦਾ, ਕੌਣ ਪਛਾਣਦਾ, ਜਾਂ ਕਿੱਥੇ ਕਿਹਦੇ ਨਾਲ ਗੱਲ ਕਰਨੀ, ਕਿੱਥੇ ਪਹੁੰਚ ਪਾਉਣੀ ਹੈ, ਇੱਦਾਂ। ਉਹਦੇ ਵਿੱਚ ਜਿਹੜਾ ਰੋਲ ਅਸੀਂ ਕਰ ਸਕਦੇ ਹਾਂ ਸਪੋਰਟ ਦੇਣ ਵਾਸਤੇ, ਉਹ ਅਸੀਂ ਬਿਲਕੁਲ ਕਰਨ ਨੂੰ ਤਿਆਰ ਹਾਂ। ਤੇ ਜਗਤਾਰ ਸਿੰਘ ਜੀ, ਜਿਵੇਂ ਕਿ ਤੁਸੀਂ ਗੱਲ ਕੀਤੀ ਸੀ ਕਿ ਸਾਡੇ ਨੌਜਵਾਨਾਂ ਦੀ, ਕਿ ਜਿਹੜੇ ਨੌਜਵਾਨ ਸਾਡੇ ਅੱਜ ਕੱਲ੍ਹ ਪੋਲੀਟਿਕਸ ਦੇ ਵਿੱਚ ਆਉਣ, ਕਿਉਂਕਿ ਪੋਲੀਟੀਕਲ ਜਿਹੜੇ ਮਸਲੇ ਉਹ ਤਾਂ ਹੀ ਹੱਲ ਹੋ ਸਕਦੇ ਆ ਜੇ ਕੋਈ ਵਿੱਚ ਮੈਂਬਰ ਹੋਣਗੇ ਤਾਂ। ਤੁਸੀਂ ਇਹਦੇ ਬਾਰੇ ਉਚੇਚੇ ਤੌਰ ਤੇ ਜਾਂ ਕੋਈ ਖਾਸ ਤੌਰ ਤੇ ਕਿਹੜੇ ਯਤਨ ਕਰ ਰਹੇ ਹੋ ਕਿ ਜਿਹੜੇ ਨੌਜਵਾਨ ਇਧਰਲੇ ਪਾਸੇ ਨੂੰ ਜੋੜਨ? ਸਾਡੇ ਵੱਲੋਂ ਤਾਂ ਮੇਨ ਯਤਨ ਤਾਂ ਇਹੀ ਆ, ਜਿਸ ਤਰ੍ਹਾਂ ਕਿਸੇ ਨੇ ਕਿਹਾ ਕਿ ਜਿਹੜੇ ਇਸ ਚੀਜ਼ ਨੂੰ ਚਾਹ ਰੱਖਦੇ ਆ ਜਾਂ ਇਸ ਲਾਈਨ 'ਚ ਆਉਣਾ ਚਾਹੁੰਦੇ ਆ, ਕਿ ਉਹਨਾਂ ਦੀ ਅਸੀਂ ਸਪੋਰਟ ਕਰਨੀ ਆ। ਮਤਲਬ ਕੋਈ ਇਦਾਂ ਦੇ ਪ੍ਰੋਗਰਾਮ ਨਹੀਂ ਉਲੀਕੇ ਹੋਏ ਕਿ ਜਿਹਦੇ ਵਿੱਚ ਉੱਥੇ ਜਾ ਕੇ ਨੌਜਵਾਨਾਂ ਨੂੰ ਦੱਸਿਆ ਜਾਵੇ, ਜਾਂ ਇਦਾਂ ਦੇ ਕੋਈ ਪ੍ਰੋਗਰਾਮ ਨਹੀਂ? ਹਾਂ, ਉਹ ਅਸੀਂ ਜਿੱਦਾਂ ਜਗਤਾਰ ਸਿੰਘ ਪਹਿਲਾਂ ਦੱਸਿਆ ਸੀ, 3 ਸਾਲ ਪਹਿਲਾਂ ਅਸੀਂ ਦੋਨੇ ਲੇਬਰ ਪਾਰਟੀ ਕੰਸਰਵੇਟਿਵ ਪਾਰਟੀ ਨਾਲ ਇੱਕ ਪ੍ਰੋਗਰਾਮ ਕੀਤਾ ਸੀਗਾ। ਉਹ ਅਸੀਂ ਹੁਣ ਦੁਬਾਰਾ ਫਿਰ ਸੋਚਦੇ ਹਾਂ ਵੀ ਉਹ ਇਸ ਸਾਲ ਹੁਣ, ਕਿਉਂਕਿ ਹੁਣ ਗਾਂ ਜਿਹੜਾ ਟਾਈਮ ਟੇਬਲ ਹੁੰਦਾ ਜਨਰਲ ਇਲੈਕਸ਼ਨ ਦਾ, ਉਹ ਹੁਣ ਜੇ ਪ੍ਰੋਪਰ ਟਾਈਮ ਟੇਬਲ ਚੱਲੇ ਤੇ ਉਹਦੇ ਹਿਸਾਬ ਨਾਲ ਹੁਣ ਸਿਲੈਕਸ਼ਨਾਂ ਨੂੰ ਪਾਰਟੀਆਂ ਕਰ ਰਹੀਆਂ। ਉਹਦੇ ਵਿੱਚ ਫਿਰ ਅਸੀਂ ਜਿਹੜੇ ਆਪਣੇ ਨੌਜਵਾਨ ਸਾਰੀਆਂ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਕਿੱਦਾਂ ਅਵੇਅਰ ਕਰਨਾ, ਉਹਨਾਂ ਦੀ ਸਪੋਰਟ ਕਿੱਦਾਂ ਕਰਨੀ, ਉਹਦੇ ਵਾਸਤੇ ਹੁਣ ਆਪਾਂ ਸੋਚ ਰਹੇ ਵੀ ਉਹ ਦੁਬਾਰਾ ਫਿਰ ਉੱਦਾਂ ਦੇ ਪ੍ਰੋਗਰਾਮ ਕਰੀਏ। ਹਾਂ, ਕਿਉਂਕਿ ਮਸਲਾ ਇਹ ਦੇਖੋ, ਤੁਸੀਂ ਹੁਣ ਜਿਵੇਂ ਸਿੱਖ ਕੌਂਸਲ ਦੇ ਵਿੱਚੋਂ ਤੇ ਤੁਸੀਂ ਲੇਬਰ ਪਾਰਟੀ ਦੇ ਨਾਲ ਜੁਆਇੰਟ ਹੋ, ਤੇ ਕੋਈ ਦੂਸਰੀ ਪਾਰਟੀ ਨਾਲ, ਕੰਜ਼ਰਵੇਟਿਵ ਪਾਰਟੀ ਜਿਹੜੀ, ਉਹਦੇ ਨਾਲ ਵੀ ਕੋਈ ਜੁਆਇੰਟ ਹੋਵੇ ਨੌਜਵਾਨ, ਤੇ ਉਹ ਵੀ ਆਉਣਾ ਚਾਹੁੰਦਾ ਆ, ਯਾਨੀ ਤੁਸੀਂ ਜਿੱਦਾਂ ਮੈਂ ਕਿ ਤੁਹਾਡੀ ਮੇਨ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਇਹੋ ਜਿਹੇ ਨੌਜਵਾਨ ਆ ਜਿਹਨਾਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਹੁਣ ਕੀ ਕਰੀਏ, ਕਿਹਦੇ ਨਾਲ ਕਨੈਕਟ ਕਰੀਏ, ਕੀ ਕਰੀਏ, ਉਹਨਾਂ ਵਾਸਤੇ ਕੋਈ ਪ੍ਰੋਗਰਾਮ ਐਸੇ ਉਲੀਕੇ ਹੋਏ ਜਾਂ? ਹਾਂ, ਉਹ ਜਿੱਦਾਂ ਨਾ ਆਪਣੇ ਜਿਸ ਤਰ੍ਹਾਂ ਗ੍ਰਿੰਸਨ ਦੱਸਿਆ ਕਿ ਅਸੀਂ ਦੋਨੇ ਪਾਰਟੀਆਂ ਦੇ ਨਾ ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਪਾਰਟੀ ਸਟਰਕਚਰਸ ਦੇ ਨਾਲ ਅਸੀਂ ਪ੍ਰੋਗਰਾਮ ਐਸਾ ਲਿਖਣੇ ਆ। ਉੱਥੇ ਫਿਰ ਅਸੀਂ ਇੱਕ ਖੁੱਲ੍ਹਾ ਸੱਦਾ ਦੇਣਾ, ਜਿਹੜੇ ਵੀ ਇੰਟਰਸਟਡ ਹੈਗੇ, ਜਿਹੜੇ ਲੇਬਰ ਪਾਰਟੀ ਪੋਲੀਟਿਕਸ ਇੰਟਰਸਟਡ ਹੈਗੇ ਉਹ ਆ ਸਕਦੇ ਆ, ਜਿਹੜੇ ਕੰਸਰਵੇਟਿਵ ਪਾਰਟੀ ਪੋਲੀਟਿਕਸ ਸਹਿਮਤ ਹੈਗੇ ਆ, ਹੋਰ ਪਾਰਟੀਆਂ ਹੈਗੇ। ਚਲੋ ਮੇਨ ਦੋ ਤੇ ਇਹੀ ਆ। ਤਾਂ ਅਸੀਂ ਇਸ ਸਾਲ ਉਹ ਪ੍ਰੋਗਰਾਮ ਲਿਖਣਾ, ਫਿਰ ਖੁੱਲ੍ਹਾ ਸੱਦਾ ਹੋਣਾ ਆ। ਫਿਰ ਅਸੀਂ ਤੁਹਾਡੇ ਇੱਥੇ ਫਿਰ ਦੁਬਾਰਾ ਆਉਂਦੇ ਬੇਨਤੀ ਕਰੂੰਗੇ, ਫਿਰ ਐਪਲੀਕੇਸ਼ਨ ਫਾਰਮ ਹੋਣੇ ਆ। ਪਰ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਾਡੇ ਜਿਹੜੇ ਨੌਜਵਾਨ ਹੈਗੇ, ਜਿਹੜਾ ਇਸ ਚੀਜ਼ ਦੀ ਇੰਟਰਸਟ ਰੱਖਦੇ ਆ, ਉਹ ਇਨਵੋਲਵ ਹੋਣ। ਹੋ ਸਕਦੇ ਲੋਕਲ ਪੋਲੀਟਿਕਸ ਕਾਉਂਸਲ ਲੈਵਲ, ਹੋ ਸਕਦੇ ਆ ਕਿ ਉਹ ਚਾਹੁੰਦੇ ਆ ਕਿ ਜਿਹੜੀ ਅਗਲੀ ਕਤਾਰ ਹੈਗੀ MP ਬਣਨ ਵਾਸਤੇ, ਉੱਥੇ ਅਸੀਂ ਜਿੰਨਾ ਸਾਡਾ ਐਕਸਪੀਰੀਅੰਸ ਹੈਗਾ ਆ, ਜਿੰਨਾ ਸਾਡੇ ਕੋਲ ਕੰਟੈਕਟਸ ਹੈਗੇ ਆ, ਅਸੀਂ ਚਾਹੁੰਦੇ ਆ ਕਿ ਉਹ ਅਸੀਂ ਫੈਸਿਲਿਟੀ ਪ੍ਰੋਵਾਈਡ ਕਰੀਏ। ਇਹ ਜਿੰਨੇ ਵੀ ਇੰਟਰਸਟਿਡ ਇੰਡੀਵਿਜੂਅਲਸ ਹੈਗੇ ਆ, ਉਹਨਾਂ ਵਾਸਤੇ ਇੱਕ ਪਲੇਟਫਾਰਮ ਬਣਾਈਏ ਕਿ ਉਹ ਫਿਰ ਜਦੋਂ ਪਲੇਟਫਾਰਮ 'ਤੇ ਜਿੱਥੇ ਵੀ ਅਸੀਂ ਮਦਦ ਕਰ ਸਕਦੇ ਅਸੀਂ ਕਰੀਏ। ਸਾਨੂੰ ਪਤਾ ਕਿ ਖਾਸ ਕਰਕੇ ਜਿੱਦਾਂ ਕੰਸਰਵੇਟਿਵ ਪਾਰਟੀ ਵਿੱਚ ਵੀ ਤੇ ਲੇਬਰ ਪਾਰਟੀ ਵਿੱਚ ਅਸੀਂ ਇਹ ਨਹੀਂ ਕਿ ਇੱਕ ਦੋ ਨਹੀਂ, ਕਈ ਡਜ਼ਨਸ ਇੰਡੀਵਿਜੂਅਲਸ ਹੈਗੇ ਆ ਕਿ ਜੇ ਇਸ ਚੀਜ਼ ਵਿੱਚ ਆਉਣਾ ਚਾਹੁੰਦੇ ਆ, ਤਾਂ ਅਸੀਂ ਜਿੱਥੇ ਵੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ। ਤਾਂ ਅਸੀਂ ਇਹ ਜਿਹੜੇ ਪ੍ਰੋਗਰਾਮ ਅਸੀਂ ਤੁਹਾਨੂੰ ਦੱਸੇ ਆ, ਇਹ ਅਸੀਂ 2018 ਦੇ ਵਿੱਚ ਜ਼ਰੂਰ ਲਿਖਣੇ ਆ, ਤਾਂ ਮੁੜ ਕੇ ਇੱਥੇ ਆ ਕੇ ਤੁਹਾਡੇ ਨਾਲ ਹੀ ਸਾਂਝੀ ਵਿਚਾਰ ਕਰਨੀ ਆ। ਫਿਰ ਉਹ ਆਪਾਂ ਖੁੱਲ੍ਹਾ ਸੱਦਾ ਦਊਂਦੇ ਕਿ ਜਿਹੜੇ ਵੀ ਇੰਟਰਸਟਿਡ ਹੈਗੇ ਆ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਠੀਕ ਹੈ ਜੀ ਭਾਈ ਸਾਹਿਬ, ਮੈਂ ਗੁਰਿੰਦਰ ਸਿੰਘ ਜੀ ਤੁਹਾਡੇ ਵੱਲ ਆਵਾਂ ਕਿ ਕਿਉਂਕਿ ਤੁਸੀਂ ਕੈਂਡੀਡੇਟ ਹੋ, ਤੁਸੀਂ ਜਿਹੜੀ ਚੋਣ ਤੁਸੀਂ ਲੜਦਾ ਹੋ, ਤੁਸੀਂ ਹੋਰ ਕੁਝ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹੋਰ ਕੁਛ ਇਹੀ ਆ ਵੀ ਇਸ ਵੇਲੇ ਇਹੀ ਆ ਵੀ ਜਿਹੜਾ ਵੀ ਲੇਬਰ ਪਾਰਟੀ ਦਾ ਮੈਂਬਰ ਹੈਗਾ, ਜਿਹਦੇ ਕੋਲ ਬੈਲਟ ਪੇਪਰ ਆਇਆ, ਉਹ ਜ਼ਰੂਰ ਉਹ ਬੈਲਟ ਪੇਪਰ ਖਰਾਬ ਨਾ ਕਰਿਓ, ਉਹ ਜ਼ਰੂਰ ਭਰ ਕੇ ਵਾਪਸ ਭੇਜਿਓ। ਜੇ ਹਾਲੇ ਬੈਲਟ ਪੇਪਰ ਨਹੀਂ ਪਹੁੰਚਿਆ ਤਾਂ ਤੁਸੀਂ ਲੇਬਰ ਪਾਰਟੀ ਨੂੰ ਈਮੇਲ ਕਰਕੇ ਤੁਸੀਂ ਦੁਬਾਰਾ ਫਿਰ ਮੰਗਵਾ ਵੀ ਸਕਦੇ ਹੋ। ਅਤੇ ਇਹੀ ਅਪੀਲ ਹੈ ਇਸ ਵੇਲੇ। ਉਸ ਤੋਂ ਇਲਾਵਾ ਜਿਹੜੇ ਆਪਣੇ ਨੌਜਵਾਨ ਹੈ, ਉਹਨਾਂ ਨੂੰ ਅਪੀਲ ਇਹ ਆ ਵੀ ਤੁਸੀਂ ਜ਼ਰੂਰ ਪੋਲੀਟਿਕਸ ਦੇ ਵਿੱਚ ਇਨਵੋਲਵ ਹੋ। ਇੱਕ ਚੀਜ਼ ਮੇਰੀ ਐਕਸਪੀਰੀਅੰਸ ਇਹ ਆ ਵੀ ਜਿਹੜੀ ਯੂਨੀਵਰਸਿਟੀ ਲੈਵਲ 'ਤੇ ਜਿਹੜੀ ਸਟੂਡੈਂਟ ਪੋਲੀਟਿਕਸ ਹੈ ਇਸ ਮੁਲਕ ਦੇ ਵਿੱਚ, ਸਟੂਡੈਂਟ ਯੂਨੀਅਨ ਹੋਏ, ਨੈਸ਼ਨਲ ਯੂਨੀਅਨ ਸਟੂਡੈਂਟ ਦਾਸ ਨੇ ਆਪ ਉੱਥੇ ਦੇਖਿਆ ਆ ਵੀ ਜਿਹੜੀ ਲੈਵਲ 'ਤੇ ਉੱਥੇ ਇਨਵੋਲਵਮੈਂਟ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਸ ਪੋਲੀਟਿਕਸ ਦੇ ਵਿੱਚ, ਕਿਉਂਕਿ ਉਹੀ ਫਿਰ ਜਿਹੜੇ ਉਹ ਤਕਰੀਬਨ ਇੱਕ ਕਿਸਮ ਦਾ ਟ੍ਰੇਨਿੰਗ ਗਰਾਊਂਡ ਆ। ਦਾਸ ਨੇ ਦੇਖਿਆ ਜਦੋਂ ਮੈਂ ਯੂਨੀਵਰਸਿਟੀ ਸੀਗਾ, ਜਿਹੜੇ ਮੇਰੇ ਨਾਲ ਸੀਗੇ ਲੇਬਰ ਸਟੂਡੈਂਟ ਨੈਸ਼ਨਲ ਕਮੇਟੀ 'ਤੇ ਮੈਂ 2 ਸਾਲ ਰਿਹਾ ਸੀਗਾ, ਉਹਨਾਂ ਦਿਨਾਂ 'ਚ ਜਿਹੜੇ ਬੰਦੇ ਉਸ ਵੇਲੇ ਮੇਰੇ ਨਾਲ ਸੀਗੇ, ਉਹ ਗਾਂ MP ਵੀ ਬਣੇ, ਮਿਨਿਸਟਰ ਵੀ ਬਣੇ, ਲੇਬਰ ਪਾਰਟੀ ਦਾ ਜਨਰਲ ਸੈਕਟਰੀ ਵੀ, ਹੁਣ ਹੋਰ ਕਈ ਉਹ
ਤਕਰੀਬਨ ਇੱਕ ਕਿਸਮ ਦਾ ਟ੍ਰੇਨਿੰਗ ਗਰਾਊਂਡ ਹੈ ਉਹ, ਤੇ ਉੱਥੇ ਆਪਾਂ ਨੂੰ ਬਹੁਤ ਜ਼ਰੂਰਤ ਹੈ ਵੀ ਉੱਥੇ ਇੰਟਰਸਟ ਲੈਣ। ਤੇ ਠੀਕ ਹੈ, ਹੁਣ ਕਿਉਂਕਿ ਆਪਣਾ ਟਾਈਮ ਵੀ ਜਿਹੜਾ ਉਹ ਪ੍ਰੋਗਰਾਮ ਦਾ ਹੋਣ ਵਾਲਾ ਆ। ਭਾਈ ਸਾਹਿਬ, ਭਾਈ ਜਗਤਾਰ ਸਿੰਘ ਜੀ, ਮੈਂ ਤੁਹਾਡੇ ਵੱਲ ਆਵਾਂ ਕਿ ਤੁਸੀਂ ਕੀ ਜਿਵੇਂ ਸਿੱਖ ਚੈਨਲ 'ਤੇ ਅੱਜ ਤੁਸੀਂ ਪਹੁੰਚੇ ਹੋ, ਹਾਂਜੀ, ਤੇ ਤੁਹਾਡੀ ਆਵਾਜ਼ ਤੁਹਾਨੂੰ ਹੂ ਅੱਜ ਦੇਸ਼ ਦੁਨੀਆ ਤੱਕ ਵੇਖਿਆ ਜਾ ਰਿਹਾ, ਇੰਟਰਨੈਟ ਰਾਹੀਂ ਵੀ, ਫੇਸਬੁੱਕ ਰਾਹੀਂ ਵੀ, ਯੂਰਪ ਦੇ ਵਿੱਚ, UK ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਹੋਰ ਮੁਲਕਾਂ ਦੇ ਵਿੱਚ ਤੁਹਾਨੂੰ ਟੈਲੀ 'ਤੇ ਵੇਖ ਰਹੇ ਆ, ਤੇ ਸਿੱਖ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਿੱਖ ਚੈਨਲ ਦਾ ਗਿਆਨ ਜੀ ਆਪ ਜੀ ਨੂੰ ਜਿੱਦਾਂ ਪਤਾ ਕਿ ਬਹੁਤ ਸਾਰੇ ਨਿੱਘਾ ਪਿਆਰ ਆ। ਜਦੋਂ ਲੈਮਿੰਟਨ ਗੁਰੂ ਘਰ ਦੀ ਜਦੋਂ ਉਦਘਾਟਨ ਹੋਈ ਸੀ 2009 ਦੇ ਵਿੱਚ, ਔਰ ਮੇਰੇ ਖਿਆਲ 25 ਅਕਤੂਬਰ ਸੀ, 25 ਅਕਤੂਬਰ, ਉਦੋਂ ਸਿੱਖ ਚੈਨਲ, ਉਦੋਂ ਨਵਾਂ ਚੈਨਲ ਸੀ, ਉਹਨਾਂ ਨੇ ਮੈਨੂੰ ਲੱਗਦਾ ਵਨ ਆਫ ਦਾ ਫਰਸਟ ਲਾਈਵ ਪ੍ਰੋਗਰਾਮਸ ਇੱਕ ਸਾਂਝਾ ਸਮਾਗਮ ਕੀਤਾ ਸੀ, ਉਦੋਂ ਇਹਨਾਂ ਨੇ ਕਵਰ ਕੀਤਾ ਸੀ। ਸੋ ਸਿੱਖ ਚੈਨਲ ਸਾਡਾ ਨਿੱਜੀ ਤੌਰ 'ਤੇ ਬਹੁਤ ਨਿੱਘਾ ਪਿਆਰ ਆ। ਤਾਂ ਜਿੰਨੇ ਵੀ ਇੱਥੇ ਇਹਨਾਂ ਦੇ ਸਟਾਫ ਹੈਗੇ ਆ, ਦਵਿੰਦਰ ਸਿੰਘ ਬਾਲਹੋਨੀ ਜੋ ਮਾਲਕ ਹੈ, ਕਾਫੀ ਦੇਰ ਤੋਂ ਉਹ ਜਿਹੜਾ ਨਿੱਘਾ ਪਿਆਰ ਉਹ ਹਮੇਸ਼ਾ ਵੱਧਦਾ ਰਿਹਾ। ਪਰ ਸਾਨੂੰ ਜਿਹੜੀ ਚੀਜ਼ ਦਾ ਮਾਣ ਇਹ ਹੈ ਕਿ ਜੋ ਸਿੱਖਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਜਾਂ ਸਿੱਖਾਂ ਦੀ ਜਿਹੜੀ ਸੋਚ ਹੈਗੀ ਆ, ਉਹ ਜਿਸ ਤਰੀਕੇ ਨਾਲ ਆਪਣੇ ਸਿੱਖ ਚੈਨਲ ਉਹਨੂੰ ਵਧਾਇਆ ਫੈਲਾਇਆ ਕਿ ਉਦੋਂ ਇੱਕ ਚੈਨਲ ਸੀ, ਹੁਣ ਕਈ ਚੈਨਲ ਹੋ ਗਏ ਆ। ਪਰ ਇਹ ਇੱਕ ਜਿਹੜੀ ਜ਼ਿੰਮੇਵਾਰੀ ਹੈ, ਇੱਕ ਜਿਹੜੀ ਸੇਵਾ ਹੈਗੀ ਆ, ਇਹਦੇ ਵਿੱਚ ਆਪਣੀ ਤਰੱਕੀ ਸਾਂਝੇ ਤੌਰ 'ਤੇ ਬਹੁਤ ਹੋਈ ਆ। ਹੁਣ ਜੇ ਆਪਾਂ ਦੇਖਿਆ ਜਾਈਏ ਕਿ ਸਿੱਖਾਂ ਦੀ ਜੇ ਪਛਾਣ, ਜੇ ਦਸਤਾਰ ਦੀ ਇਹਨਾਂ ਨੇ ਲੌਬੀ ਕੀਤੀ ਸੀ ਕਈ ਸਾਲ ਪਹਿਲਾਂ, ਜੇ ਦੇਖਿਆ ਜਾਏ ਉਹ ਹੁਣ ਸਾਨੂੰ ਇੱਕ ਹੋਰ ਲੈਵਲ 'ਤੇ ਲੈ ਗਈ ਆ। ਸੋ ਹੁਣ ਆਪਾਂ UK ਦੇ ਵਿੱਚ ਸਾਡੇ ਮਾਣ ਨਾਲ ਹੁਣ ਸਿੱਖ ਸੰਗਤਾਂ ਕਈ ਵਾਰੀ ਨਹੀਂ ਗੁਰੂ ਘਰ ਪਹੁੰਚ ਸਕਦੀਆਂ, ਪਰ ਉਹ ਸਿੱਖ ਚੈਨਲ ਹੋਰ ਚੈਨਲ ਲਾ ਕੇ ਵੇਖ ਸਕਦੇ ਆ, ਜਾਂ ਆਪਣੇ ਇਸ਼ੂਜ਼ ਉਹ ਦੇਖ ਵੀ ਸਕਦੇ, ਵਿਚਾਰ ਵੀ ਸਕਦੇ ਆ, ਸਿੱਖੀ ਨੂੰ ਕਮਾ ਵੀ ਸਕਦੇ ਆ। ਪ੍ਰੋਗਰਾਮ ਹੋ ਰਿਹਾ, ਦਿਨ ਰਾਤ ਪ੍ਰੋਗਰਾਮ ਹੁੰਦੇ ਆ। ਤਾਂ ਕਈ ਵਾਰੀ ਗੁਰੂ ਘਰ ਜਾਣਾ ਜਦੋਂ ਸਿਆਲ ਦੇ ਮਹੀਨੇ 'ਚ ਮੁਸ਼ਕਲ ਹੋ ਜਾਂਦਾ ਜਾਂ ਸਿਹਤ ਨਹੀਂ ਸਾਥ ਦਿੰਦੀ, ਪਰ ਜਿਹੜੇ ਚੈਨਲ ਹੈਗੇ ਆ ਉਹ ਇੱਕ ਗੁਰੂ ਘਰ ਦਾ ਜਿਹੜਾ ਰੋਲ ਹੈਗਾ ਆ ਉਹ ਵੀ ਇੱਕ ਹਿੱਸਾ ਨਿਭਾ ਰਿਹਾ ਆ। ਸੋ ਇਹਦੇ ਵਿੱਚ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਸਿੱਖ ਚੈਨਲ ਆ ਕਿ ਉਹਨਾਂ ਨੇ ਇਸ ਚੀਜ਼ ਦੀ ਲੀਡ ਲਈ ਆ। ਠੀਕ ਹੈ, ਹੋਰ ਚੈਨਲ ਹੁਣ ਆ ਗਿਆ ਆ, ਪਰ ਜਿਹੜਾ ਪਹਿਲਾਂ ਆਉਂਦਾ ਉਹਦੀ ਮੁਸ਼ਕਲਾਂ ਜ਼ਿਆਦੀਆਂ ਹੁੰਦੀਆਂ, ਪਰ ਪ੍ਰਾਪਤੀਆਂ ਵੀ ਜ਼ਿਆਦੀਆਂ ਹੁੰਦੀਆਂ। ਬਿਲਕੁਲ। ਗੁਰਿੰਦਰ ਸਿੰਘ ਜੀ, ਤੁਸੀਂ ਇਸ ਬਾਰੇ ਜਿਵੇਂ ਕਿ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਸਿੱਖ ਚੈਨਲ ਦੇ ਦੁਆਰਾ ਬਹੁਤ ਸਾਰੇ ਮਸਲੇ ਜਿਹੜੇ ਸਿੱਖਾਂ ਦੇ ਉਹ ਹੱਲ ਵੀ ਹੋਏ ਆ, ਤੇ ਜਿਵੇਂ ਕਿ ਹੁਣ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸਾਕਾ ਸਰਹੰਦ ਹੈ, ਉਹਦੇ ਵਾਸਤੇ 5 ਚੈਰਿਟੀਜ਼ ਜਿਹੜੀਆਂ ਉਹ ਮਿਲ ਕੇ ਕੰਮ ਕਰ ਰਹੀਆਂ, ਰਲ ਕੇ ਕੰਮ ਕਰ ਰਹੀਆਂ, ਤੇ ਉਹਨਾਂ ਵਾਸਤੇ ਕਾਫੀ ਮਾਇਆ ਜਿਹੜੀ ਹੈ ਸੰਗਤਾਂ ਨੇ ਭੇਜੀ ਆ। ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਵੇਂ ਇਹ ਏਕਤਾ ਦਾ ਵੀ ਇੱਕ ਸੁਨੇਹਾ ਸਿੱਖ ਚੈਨਲ ਦੇ ਰਿਹਾ ਵਾ, ਇਹ ਕੀ ਸਾਨੂੰ ਜਿਹੜੀਆਂ ਸਾਰੀਆਂ ਪਾਰਟੀਆਂ ਵਾ ਜਾਂ ਆਪਣੇ ਅਸੀਂ ਬਣਾ ਕੇ ਸਾਨੂੰ ਇੱਕ ਥਾਂ ਹੋਣਾ ਚਾਹੀਦਾ ਹੈ ਕਿ ਜਾਂ ਕਿਸ ਤਰ੍ਹਾਂ ਕਰਨੀ ਚਾਹੀਦੀ? ਬਿਲਕੁਲ, ਕਿਉਂਕਿ ਆਪਾਂ ਦੇਖਿਆ ਵੀ ਜਿਹੜੇ ਮਸਲੇ ਆਪਣੇ ਆਉਂਦੇ ਆ, ਜਿੱਥੇ ਆਪਾਂ ਪ੍ਰਾਪਤੀ ਕਰਦੇ ਆ, ਜਿੱਥੇ ਆਪਾਂ ਸਕਸੈਸਫੁਲ ਹੁੰਦੇ ਆ, ਉਹ ਤਾਂ ਹੁੰਦੇ ਜਦੋਂ ਆਪਾਂ ਇਕਮੁੱਠ ਹੋ ਕੇ ਉਹਨੂੰ ਟੈਕਲ ਕਰਦੇ ਹਾਂ। ਠੀਕ ਆ, ਆਪਣੇ ਕਮਿਊਨਿਟੀ ਦੇ ਵਿੱਚ ਆਪਣੇ ਵੱਖਰੇ ਵੱਖਰੇ ਗੁਰਦੁਆਰੇ ਆ, ਵੱਖਰੇ ਵੱਖਰੇ ਸੰਸਥਾਵਾਂ, ਜਥੇਬੰਦੀਆਂ, ਕਈ ਵਾਰੀ ਆਪਣੇ ਖਿਆਲ ਡਿਫਰੈਂਟ ਹੁੰਦੇ ਆ। ਮੈਂ ਇਹੀ ਕਹਿੰਦਾ ਹੁੰਦਾ ਵੀ ਠੀਕ ਹੈ, ਆਪਣੀਆਂ ਜਥੇਬੰਦੀਆਂ ਵੱਖਰੀਆਂ ਹੋਣ, ਪਰ ਉਹ ਵੀ ਠੀਕ ਆ, ਕੰਮ ਆਪਦੇ ਵੱਖਰੇ ਕਰਦੇ ਹੋਣ, ਪਰ ਜਿੱਥੇ ਲੋੜ ਉੱਥੇ ਇਕੱਠੇ ਹੋ ਜਾਣ। ਜਦੋਂ ਉਹ ਗੱਲ ਹੋ ਜਾਂਦੀ ਆ ਫਿਰ ਆਪਣੀ ਤਰੱਕੀ ਹੁੰਦੀ ਆ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ। ਤੇ ਜਿਵੇਂ ਕਹਿੰਦੇ ਵੀ ਕੋਈ ਬੰਦਾ ਕਿਸੇ ਪਾਰਟੀ ਦੇ ਵਿੱਚ ਵੀ ਹੋਵੇ, ਤੇ ਜੇ ਉਹ ਚੰਗੇ ਕੰਮ ਕਰਦਾ ਵਾ, ਵਧੀਆ ਕੰਮ ਕਰਦਾ ਆ, ਲੋਕਾਂ ਵਾਸਤੇ ਵਧੀਆ ਕੰਮ ਕਰਦਾ ਆ, ਤੇ ਲੋਕ ਮੱਲੋ ਮੱਲੀ, ਚਾਹੇ ਉਹ ਆਪੋਜੀਸ਼ਨ ਜਿਹੜੇ ਉਹਦੇ ਵਿੱਚ ਹੋਵੇ ਤੇ ਆਪੋਜ਼ਿਟ ਪਾਰਟੀ ਨਾਲ ਜੁੜਿਆ ਹੋਵੇ, ਪਰ ਲੋਕ ਉਹਨੂੰ ਚੰਗਾ ਕਹਿੰਦੇ ਨੇ। ਸੋ ਇਹ ਤੁਹਾਡਾ ਇਹ ਮਤਲਬ ਰਹੇਗਾ ਇਨ ਫਿਊਚਰ ਦੇ ਵਿੱਚ ਕਿ ਤੁਸੀਂ ਅਗਰ ਕਾਮਯਾਬ ਹੁੰਦੇ ਹੋ, ਚੁਣੇ ਜਾਂਦੇ ਹੋ, ਤੇ ਤੁਸੀਂ ਬਿਨਾਂ ਕਿਸੇ ਮਤਭੇਦ ਦੇ ਜਿੰਨੇ ਵੀ ਮਸਲੇ ਆਉਂਦੇ ਨੇ ਉਹਨਾਂ ਮਸਲਿਆਂ ਨੂੰ ਹੱਲ ਕਰਾਓਗੇ, ਤੇ ਸਿੱਖ ਚੈਨਲ ਦੇ ਦੁਆਰਾ ਤੁਸੀਂ ਇਵੇਂ ਜਿਹੜੀਆਂ ਇਹ ਗੱਲਾਂ ਅੱਗੇ ਪਹੁੰਚਾਉਂਦੇ ਰਹੋਗੇ। ਜਗਤਾਰ ਸਿੰਘ ਜੀ, ਅਖੀਰ ਦੇ ਵਿੱਚ ਤੁਸੀਂ ਹੁਣ ਮੈਸੇਜ ਕੀ ਦੇਣਾ ਚਾਹੋਗੇ? ਮੈਸੇਜ ਜਿਹੜਾ ਸਾਡਾ ਮੇਨ ਫੋਕਸ ਅੱਜ ਦਾ ਇਹ ਆ ਕਿ ਪਹਿਲੀ ਗੱਲ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਵਧਾਈਆਂ। ਦੂਸਰੀ ਗੱਲ ਹੈ ਕਿ ਵੀਰ ਗੁਰਿੰਦਰ ਸਿੰਘ ਜੋਸ਼ਨ ਜੋ ਲੇਬਰ ਪਾਰਟੀ ਤੇ ਨੈਸ਼ਨਲ ਐਗਜ਼ੈਕਟਿਵ ਕਮੇਟੀ ਦੀ ਚੋਣ ਲਈ ਕਰ ਰਿਹਾ ਆ, ਤਾਂ ਜਿਨ੍ਹਾਂ ਨੂੰ ਵੀ ਬੈਲਟ ਪੇਪਰ ਬਾਈ ਪੋਸਟ ਆਏ ਆ ਜਾਂ ਬਾਈ ਈਮੇਲ ਆਏ ਆ, ਕਿ ਤੁਸੀਂ ਉਹ ਵੋਟ ਵੇਸਟ ਨਾ ਕਰੋ, ਕਿ ਇੱਕ ਆਪਣੇ ਸਿੱਖ ਨੌਜਵਾਨ ਗੁਰਸਿੱਖ ਨੂੰ ਤੁਸੀਂ ਵੋਟ ਪਾਓ, ਕਿ ਜਿੱਥੇ ਲੇਬਰ ਪਾਰਟੀ ਤੇ ਉਪਰਲੀ ਕਤਾਰ ਜਿਹੜੇ ਫੈਸਲੇ ਹੁੰਦੇ ਆ, ਗਾਂ ਜਿਹੜੇ MP ਕਿਹੜੇ ਬਣਨੇ, ਕਿਹੜੀ ਜਗ੍ਹਾ ਤੇ ਬਣਨੇ ਆ, ਉਸ ਟੇਪ ਤੇ ਜਿਹੜੇ ਫੈਸਲੇ ਹੋਣੇ ਆ, ਉਹ ਫਿਰ ਆਪਾਂ ਇੱਕ ਹਿੱਸਾ ਪਾ ਸਕੀਏ। ਠੀਕ ਹੈ।
ਸੋ ਬੇਨਤੀ ਸਾਡੀ ਇਹੀ ਆ। ਠੀਕ ਹੈ ਜੀ। ਭਾਈ ਸਾਹਿਬ ਜੀ, ਗੁਰਿੰਦਰ ਸਿੰਘ ਜੋਸ਼ਨ ਜੀ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਖੀਰ ਦੇ ਵਿੱਚ ਸੰਗਤਾਂ ਨੂੰ? ਇਹੀ ਵੀ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਵੀ ਏਕਤਾ ਰੂਪ ਦੇ ਵਿੱਚ ਆਪਾਂ ਪ੍ਰਾਪਤੀ ਕਰ ਸਕਦੇ ਹਾਂ ਤੇ ਅੱਗੇ ਆਪਾਂ ਹੁਣ ਐਸੇ ਆਹੀ ਸਾਲ ਜਿਹੜਾ ਲੰਘਿਆ 2 MP ਆਪਣੇ ਆ ਗਏ ਆ ਗਾਂ ਉਹਦੇ ਨਾਲ ਜਿਹੜਾ ਮੀਡੀਆ ਆਪਣੇ ਬਹੁਤ ਸਟਰੋਂਗ ਚੱਲ ਰਿਹਾ। ਜਿਹੜੀ ਮੇਨ ਚੀਜ਼ ਆਪਾਂ ਇਹ ਦੇਖੀ ਆ ਵੀ ਜਦੋਂ ਦਾ ਸਿੱਖ ਚੈਨਲ ਹੋਣ 'ਚ ਆਇਆ ਆ ਉਦੋਂ ਦਾ ਐਕਚੁਅਲੀ ਜਿਹੜੀ ਜਾਗਰੂਕਤੀ ਆਪਣੀ ਕਮਿਊਨਿਟੀ ਦੇ ਵਿੱਚ ਆਇਆ ਆਪਣੇ ਮਸਲਿਆਂ ਦਾ ਬਹੁਤ ਜ਼ਿਆਦਾ ਵਧੀ ਆ। ਤੇ ਦਾਸ ਵੀ ਹੁਣ ਅੱਜ ਇਸ ਕਰਕੇ ਆਏ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀ ਰੀਚ ਆਪਣੀ ਕਮਿਊਨਿਟੀ ਦੇ ਵਿੱਚ ਇਹ ਮੀਡੀਆ ਦਾ ਬਹੁਤ ਜ਼ਿਆਦਾ ਰੋਲ ਹੈਗਾ ਹੁਣ ਤੇ ਉਹਦੇ ਵਿੱਚ ਅਸੀਂ ਸਿੱਖ ਚੈਨਲ ਨਾਲ ਵੀ ਬਹੁਤ ਧੰਨਵਾਦ ਕਰਦੇ ਹਾਂ ਤੇ ਇਹ ਅਪੀਲ ਕਰਦੇ ਹਾਂ ਵੀ ਐਕਚੁਅਲੀ ਜੇ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਜਿਹੜੀ ਪੋਲੀਟਿਕਸ ਦੇ ਫੀਲਡ ਵਿੱਚ ਨੌਜਵਾਨਾਂ ਨੂੰ ਆਪਾਂ ਨੂੰ ਉਹ 'ਚ ਇਨਵੋਲਵ ਹੋਣਾ ਚਾਹੀਦਾ। ਜਦੋਂ ਆਪਣਾ ਕੋਈ ਸਿੱਖ ਆਉਂਦਾ ਹੈ ਮੁੜੇ ਉਹਦੀ ਸਪੋਰਟ ਕਰੀਏ ਆਪਾਂ। ਠੀਕ ਹੈ ਜੀ। ਤੁਹਾਡਾ ਭਾਈ ਸਾਹਿਬ ਜੀ ਬਹੁਤ ਬਹੁਤ ਇੱਕ ਵਾਰ ਫੇਰ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜੇ ਆਪਣੇ ਵਿਚਾਰ ਉਹ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੇ ਕੀਤੇ ਨੇ। ਸੋ ਸਿੱਖ ਚੈਨਲ ਬਾਰੇ ਵੀ ਤੁਸੀਂ ਇੱਕ ਜਿਹੜਾ ਮੈਸੇਜ ਹੈ ਸੰਗਤਾਂ ਨੂੰ ਪਹੁੰਚਾਇਆ ਕਿਉਂਕਿ ਇਹ ਵੀ ਇੱਕ ਬੜੀ ਉੱਚੀ ਸੋਚ ਜਿਹਨੂੰ ਕਹੀਏ ਇੱਕ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਬੱਲ ਉਹਨਾਂ ਦੀ ਜਿਹੜੀ ਸੋਚ ਦੇਖ ਲਓ ਇੱਕ ਕੰਮ ਕਰ ਰਹੀ ਹੈ ਤੇ ਹੁਣ ਇਸ ਵੇਲੇ ਦੁਨੀਆ ਦੇ ਤੱਕ ਇਹ ਫੈਲ ਚੁੱਕਾ ਹੈ ਸਾਰਾ ਜਿਹੜਾ ਸਿੱਖ ਚੈਨਲ ਹੈ ਔਰ ਘਰ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ, ਗੁਰਬਾਣੀ ਦਾ ਪ੍ਰਚਾਰ, ਪੋਲੀਟਿਕਸ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਕਥਾ ਕੀਰਤਨ ਨੇ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਤੋਂ ਜਾਣੂ ਕਰਾਉਂਦਾ ਹੈ ਤੇ ਤੁਸੀਂ ਵੀ ਇਹਦੇ ਵਿੱਚ ਸਾਂਝ ਪਾਈ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕ ਵੀਰੋ, ਇਹ ਸਨ ਸਿੱਖ ਕੌਂਸਲ ਦੇ ਨੁਮਾਇੰਦੇ ਜੋ ਕਿ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਜੋਸ਼ਨ ਜਿਹੜੇ ਕਿ ਇਲੈਕਸ਼ਨ ਲੜ ਰਹੇ ਹਨ। ਸੋ ਉਹਨਾਂ ਦਾ ਵੀ ਤੁਹਾਨੂੰ ਇੱਕ ਜਿਹੜਾ ਸੁਨੇਹਾ ਦਿੱਤਾ ਉਹ ਵੀ ਤੁਸੀਂ ਸੁਣ ਲਿਆ ਹੈ ਤੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਜੋ ਸਿੱਖ ਕੌਂਸਲ ਦੇ ਸੈਕਟਰੀ ਜਨਰਲ ਸਨ ਤੇ ਉਹਨਾਂ ਨੇ ਵੀ ਵਿਚਾਰਾਂ ਕੀਤੀਆਂ ਹਨ ਤੇ ਤੁਸੀਂ ਇਸੇ ਤਰ੍ਹਾਂ ਹੀ ਸਿੱਖ ਚੈਨਲ ਦੇ ਨਾਲ ਜਿਹੜਾ ਉਹ ਜੁੜੇ ਰਹੋ ਜੀ। ਤੇ ਕਿਉਂਕਿ ਇਹ ਬ੍ਰੇਕਫਾਸਟ ਸ਼ੋਅ ਦੇ ਵਿੱਚ ਸਾਡਾ ਯਤਨ ਹੁੰਦਾ ਹੈ ਕਿ ਤੁਹਾਡੇ ਵਾਸਤੇ ਅਸੀਂ ਜਿਹੜੇ ਗੈਸਟ ਨੇ ਉਹ ਲੈ ਕੇ ਆਈਏ ਤੇ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਨੇ ਉਹ ਦੇਸ਼ ਦੁਨੀਆ ਤੱਕ ਆਪਾਂ ਸਾਰੇ ਰਲ ਮਿਲ ਕੇ ਸਾਂਝੇ ਕਰਦੇ ਰਹੀਏ ਤੇ ਜਿਹੜੇ ਮਸਲੇ ਉੱਠਦੇ ਨੇ ਕਿਉਂਕਿ ਮਸਲੇ ਉੱਠਦੇ ਰਹਿਣਗੇ ਉਹਨਾਂ ਨੂੰ ਆਪਾਂ ਹੱਲ ਵੀ ਕਰਨਾ ਹੈ। ਕਿਸ ਤਰ੍ਹਾਂ ਹੱਲ ਕਰਨਾ ਹੈ? ਜ਼ੋਰ ਨਾਲ ਨਹੀਂ ਹੱਲ ਕਰਨਾ। ਜ਼ੋਰ ਦੇ ਨਾਲ ਕਦੇ ਕੋਈ ਚੀਜ਼ ਨਹੀਂ ਹੋ ਸਕਦੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਸਾਨੂੰ ਹਮੇਸ਼ਾ ਇਹ ਗਿਆਨ ਦਿੰਦੇ ਨੇ ਜਪਜੀ ਸਾਹਿਬ ਦੇ ਵਿੱਚ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਇਹ ਸਾਰਾ ਸ਼ਬਦ ਜ਼ੋਰ ਦਾ ਹੀ ਮਹਾਰਾਜ ਨੇ ਸਾਨੂੰ ਜਿਹੜਾ ਗਿਆਨ ਦਿੱਤਾ ਹੈ। ਸੋ ਬੈਠ ਕੇ ਜਿਹੜਾ ਗੁਰਮਤ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ ਮਸਲੇ ਉੱਠਦੇ ਰਹਿੰਦੇ ਨੇ ਲੇਕਿਨ ਉਹਨੂੰ ਬੈਠ ਕੇ ਆਪਾਂ ਵਿਚਾਰ ਲਈਏ ਤੇ ਇੱਕ ਮੁੱਠ ਹੋ ਕੇ, ਇਕਜੁੱਟ ਹੋ ਕੇ ਇਹੋ ਜਿਹੇ ਜਿਹੜੇ ਮਸਲੇ ਸਾਡੇ ਆਉਂਦੇ ਨੇ ਉਹਨਾਂ ਨੂੰ ਅਸੀਂ ਬੈਠ ਕੇ ਹੱਲ ਕਰੀਏ। ਦਸਤਾਰ ਦਾ ਮਸਲਾ ਆਇਆ ਸੀਗਾ, ਦਾਸ ਵੀ ਬਾਹਰ ਜਾਂਦਾ ਰਹਿੰਦਾ ਹੈ, ਯੂਰਪ ਦੇ ਵਿੱਚ ਵੀ ਹੋਰ ਮੁਲਕਾਂ ਦੇ ਵਿੱਚ ਵੀ, ਤੇ ਕਈ ਵਾਰੀ ਉਹਨਾਂ ਵੇਖਿਆ ਕਿ ਦਸਤਾਰ ਨੂੰ ਉਹ ਜ਼ਰੂਰ ਜਿਹੜੀ ਛੇੜਖਾਨੀ ਜ਼ਰੂਰ ਕਰਦੇ ਨੇ ਲੇਕਿਨ ਚੈੱਕ ਕਰਨਾ ਉਹਨਾਂ ਦਾ ਫਰਜ਼ ਆ, ਕਰ ਸਕਦੇ ਨੇ ਔਰ ਕਰਨਾ ਚਾਹੀਦਾ ਵੀ ਹੈ। ਲੇਕਿਨ ਜਿਹੜਾ ਤਰੀਕਾ ਹੈ ਇਹ ਸਾਡੀ ਆਨ ਤੇ ਸ਼ਾਨ ਹੈ ਦਸਤਾਰ, ਉਹ ਉਹਨਾਂ ਨੂੰ ਦੱਸੋ ਕਿ ਆਹ ਤਰੀਕਾ ਆ, ਬੈਠ ਕੇ ਕਰੋ, ਆਹ ਤਰੀਕਾ ਆ, ਸਾਡੇ ਕੜੇ ਦਾ ਮਸਲਾ ਆ, ਸਾਡੀ ਕਿਰਪਾਨ ਦਾ ਮਸਲਾ ਆ। ਇਹ ਮਸਲੇ ਜਿਹੜੇ ਨੇ ਸਿੱਖ ਕੌਂਸਲ ਵੱਲੋਂ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਨੇ ਉਹ ਮਿਲ ਕੇ ਇਹਨੂੰ ਇਕਜੁੱਟ ਹੋ ਕੇ ਕਰਨ ਤੇ ਉਹਦਾ ਹੋਰ ਵੀ ਸਾਨੂੰ ਲਾਭ ਹੋ ਸਕਦਾ ਹੈ। ਸੋ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਟਾਈਮ ਸਮਾਂ ਇੱਥੇ ਹੀ ਸਮਾਪਤ ਹੈ ਤੇ ਸਾਡੇ ਕੋਲੋਂ ਬੋਲਦਿਆਂ ਹੋਇਆਂ ਕੁਝ ਐਸੇ ਅਲਫਾਜ਼ ਜਿਹੜੇ ਨਿਕਲ ਗਏ ਹੋਣ ਤੇ ਅਸੀਂ ਜ਼ਰੂਰ ਤੁਹਾਡੇ ਕੋਲੋਂ ਦੋਏ ਹੱਥ ਜੋੜ ਕੇ ਖਿਮਾ ਜ਼ਰੂਰ ਮੰਗਦੇ ਹਾਂ। ਸੋ ਤੁਸੀਂ ਸਿੱਖ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ। ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਜ਼ਰੂਰ ਪਾਇਆ ਕਰੋ, ਸੁਝਾਅ ਜ਼ਰੂਰ ਦਿਆ ਕਰੋ। ਸੁਜੈਸ਼ਨ ਜਿਹੜੀਆਂ ਨੇ ਉਹ ਬੰਦੇ ਨੂੰ ਕਿਤੇ ਦੀ ਕਿਤੇ ਲੈ ਜਾਂਦੀਆਂ ਨੇ। ਨੋਟ ਕੰਪਲੇਂਟ ਨਹੀਂ ਆਪਾਂ ਕਰਨੀ ਕਦੇ ਵੀ। ਕੰਪਲੇਂਟ ਜਿਹੜਾ ਉਹ ਨਾ ਹੀ ਲੜਾਈ ਦਾ ਹੈ ਤੇ ਉਹਦੇ ਨਾਲ ਫਿਰ ਲੜਾਈ ਪੈ ਜਾਂਦੀ ਆ। ਸੋ ਆਪਾਂ ਪਿਆਰ ਦੇ ਨਾਲ ਕੋਈ ਸਲਾਹ ਕਿਸੇ ਨੂੰ ਦੇ ਸਕਦੇ ਹਾਂ, ਭਾਈ ਇੱਦਾਂ ਨਹੀਂ ਇੱਦਾਂ ਕਰ ਲਾ, ਜੋ ਗੁਰਬਾਣੀ ਆਪਾਂ ਨੂੰ ਕਹਿ ਰਹੀ ਹੈ। ਸੋ ਇਸ ਕਰਕੇ ਆਓ ਹੁਣ ਜਿਹੜਾ ਸਮਾਂ ਸਮਾਪਤ ਹੈ ਆਪਾਂ ਸੰਗਤਾਂ ਦੇ ਪਾਸੋਂ ਇਜਾਜ਼ਤ, ਤੁਹਾਡੇ ਪਾਸੋਂ ਇਜਾਜ਼ਤ ਮੰਗਦੇ ਹਾਂ ਜੀ ਤੇ ਬੁਲਾਈਏ ਆਪਾਂ ਨੂੰ ਫਤਿਹ। ਸੋ ਤੁਸੀਂ ਇਵੇਂ ਸਿੱਖ ਚੈਨਲ ਦੇ ਨਾਲ ਆਉਣ ਵਾਲੇ ਪ੍ਰੋਗਰਾਮ ਜਿਹੜੇ ਨੇ ਉਹ ਜ਼ਰੂਰ ਵੇਖਦੇ ਰਹੋ। ਆਓ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।